ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਏਕਾ ਜੋਤ ਜੋਤ ਹੈ ਸ਼ਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਏਕਾ ਜੋਤ ਜੋਤ ਹੈ ਸ਼ਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀ ਤੋਨ ਕਟੇ ਅੰਤਰ, ਆਪੇ ਬਣਤ ਬਣਾਵਣਿਆ। ਹਉ ਵਾਰੀ ਜਿਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਬਾਜ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਤੂੰ ਆਪੇ ਸੋ ਹੈ, ਆਪੇ ਜਗ ਮੋਹੈ। ਤੂੰ ਆਪੇ ਨਦਰੀ ਜਗਤ ਪਰੋਵੈ, ਤੂੰ ਆਪੇ ਦੁਖ ਸੁਖ ਦੇਵਹਿ ਕਰਤੇ। ਗੁਰਮੁਖ ਹਰ ਦੇਖਾਵਣਿਆ, ਆਪੇ ਕਰਤਾ ਕਰੇ ਕਰਾਏ। ਆਪੇ ਸ਼ਬਦ ਗੁਰ ਮਨ ਵਸਾਏ, ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਗੁਰਮੁਖ ਆਖ ਸੁਣਾਵਣਿਆ, ਆਪੇ ਕਰਤਾ ਆਪੇ ਭੁਗਤਾ। ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ। ਆਪੇ ਅਲਖ ਲਖਾਵਣਿਆ, ਆਪੇ ਮਾਇਆ ਆਪੇ ਛਾਇਆ। ਆਪੇ ਮੋਹ ਸਭ ਜਗਤ ਉਪਾਇਆ, ਆਪੇ ਗੁਣ ਦਾਤਾ ਗੁਣ ਗਾਵੈ। ਆਪੇ ਆਖ ਸੁਣਾਵਣਿਆ, ਆਪੇ ਕਰੇ ਕਰਾਏ ਆਪੇ। ਆਪੇ ਥਾਪ ਉਥਾਪੇ ਆਪੇ, ਤੁਝ ਤੇ ਬਾਹਰ ਕਛੂ ਨ ਹੋਵੈ। ਤੂੰ ਆਪੇ ਕਾਰੈ ਲਾਵਣਿਆ, ਆਪੇ ਮਾਰੇ ਆਪ ਜਿਵਾਏ। ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ। ਗੁਰਮੁਖ ਸਹਿਜ ਸਮਾਵਣਿਆ, ਆਪੇ ਊਚਾ ਊਚੋ ਹੋਈ। ਜਿਸ ਆਪ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਵਸੈ ਕਟੇ ਅੰਤਰ, ਆਪੇ ਵੇਖ ਵਿਖਾਲਣਿਆ। ਆਪੇ ਊਚਾ ਊਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਵਸੈ ਕਟੇ ਅੰਤਰ, ਆਪੇ ਵੇਖ ਵਿਖਾਲਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼। ਢਲਦੀ ਸ਼ਾਮ ਅਸੀਂ ਸਤਸੰਗਤ ਦੀਆਂ ਕੜੀਆਂ ਇਹ ਪਲ ਮਾਣ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਮਾਝ ਰਾਗ ਦੀ ਰਚਨਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸੰਦੇਸ਼ ਅਸ਼ਟਪਦੀਆਂ ਦੇ ਰੂਪ ਵਿੱਚ ਜੋ ਸਾਨੂੰ ਪ੍ਰਾਪਤ ਹੈ, ਉਹਨੂੰ ਅਸੀਂ ਵਿਆਖਿਆ ਦੇ ਰੂਪ ਵਿੱਚ ਸਰਵਨ ਕਰ ਰਹੇ ਹਾਂ। ਜੋ ਸ਼ਬਦ ਆਪਨੇ ਸਰਵਨ ਕੀਤਾ ਹੈ, ਇਹਦੇ 5 ਪਦੇ ਅਸੀਂ ਵਿਚਾਰੇ ਨੇ। 6 ਨੰਬਰ ਬੰਦ ਤੋਂ ਵਿਚਾਰ ਅੱਗੇ ਤੋਰਾਂਗੇ, ਪਰ ਹਮੇਸ਼ਾ ਦੀ ਤਰ੍ਹਾਂ ਵਿਚਾਰ ਦੀ ਪ੍ਰਾਰੰਭਤਾ
ਰਹਾਉ ਦੇ ਪਦੇ ਦੀ ਡਿਸਕਸ਼ਨ ਦੇ ਨਾਲ ਹੀ ਸ਼ੁਰੂ ਕਰਦੇ ਹਾਂ। ਗੁਰੂ ਅਮਰਦਾਸ ਸਾਹਿਬ ਜੋ ਜ਼ਿਕਰ ਕਰਦੇ ਨੇ, ਹਉ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ। ਮੈਂ ਵਾਰਨੇ ਜਾਣਾ, ਕੁਰਬਾਨ ਜਾਣਾ ਉਹਨਾਂ ਇਨਸਾਨਾਂ ਤੋਂ, ਉਹਨਾਂ ਮਨੁੱਖ ਰੂਪ ਦੇ ਵਿੱਚ ਜੀਵਾਂ ਤੋਂ ਜੋ ਹਰ ਸੱਚੇ ਕੇ ਗੁਣ ਗਾਵਣਿਆ, ਜਿਹੜੇ ਆਪਣੇ ਜੀਵਨ ਦੇ ਵਿੱਚ ਜੋ ਅਕਾਲ ਪੁਰਖ ਵਾਹਿਗੁਰੂ ਅਲਟੀਮੇਟ ਰਿਐਲਿਟੀ ਹੈ, ਹਰ ਸੱਚਾ ਜਿਹੜਾ ਅਕੀਦੀ ਹਕੀਕਤ ਆ, ਉਹਦਾ ਗੁਣਗਾਨ ਕਰਦੇ ਨੇ। ਭਾਵ ਰੱਬ ਜੀ ਦੇ ਹੋਂਦ ਨੂੰ ਸਵੀਕਾਰਦੇ ਹੋਏ, ਉਹਦੇ ਭੈ ਭਾਵ ਵਿੱਚ ਰਹਿੰਦੇ, ਤੇ ਭੈ ਭਾਵ ਵਿੱਚ ਰਹਿੰਦੇ ਹੋਏ ਜੀਵਨ ਨੂੰ, ਜਿਹਨੂੰ ਅਸੀਂ ਕਹੀਏ ਕਿ ਹਿਊਮਨ ਵਰਚੂਜ਼ ਵਾਲੀ ਸਾਈਡ ਤੋਂ, ਗੁਣਾਤਮਕ ਪੱਖ ਤੋਂ ਉੱਚੀਆਂ ਚੁੱਕਦੇ ਨੇ। ਸੋ ਗੁਣਗਾਨ ਗਾਉਣਾ, ਜ਼ਬਾਨੀ ਕਲਾਮੀ ਰੱਬ ਜੀ ਦੇ ਉਹੋ ਜਿਹੇ ਬਚਨਾਂ ਉਪਦੇਸ਼ਾਂ ਨੂੰ ਵਾਰ-ਵਾਰ ਰਿਪੀਟ ਕਰਨਾ, ਰੈਪੀਟੀਸ਼ਨ ਦੇਣੀ, ਕੰਨਾਂ ਨਾਲ ਸੁਣਨਾ। ਬਟ ਜਿਹੜਾ ਵੱਡਾ ਐਕਟ ਆ ਉਹ ਇਹ ਹੈ ਕਿ ਉਸ ਸਾਰੇ ਨੂੰ ਸੁਣ ਕੇ, ਇਸ ਸਾਰੇ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਇਨਕਾਰਪੋਰੇਟ ਕਰਨਾ। ਇਹ ਜਿਹੜਾ ਲੋਕ, ਜਿਹੜੇ ਇਨਸਾਨ ਕਰ ਰਹੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਵਾਂ। ਗੁਰੂ ਅਮਰਦਾਸ ਸਾਹਿਬ ਇਹ ਗੱਲ ਕਹਿੰਦੇ। ਜੋ ਦੂਸਰੀ ਲਾਈਨ ਮਹਾਰਾਜ ਨੇ ਲਿਖੀ, ਬਾਜ ਗੁਰੂ ਕੋ ਸਹਿਜ ਨਾ ਪਾਏ। ਸੋ ਇਨ ਫਸਟ ਲਾਈਨ we are reading ਸੱਚੇ ਕੇ ਗੁਣ ਗਾਵਣਿਆ. In second line, Baba ji saying, ਬਾਜ ਗੁਰੂ ਕੋ ਸਹਿਜ ਨਾ ਪਾਏ, means ਸਹਿਜ and ਸੱਚੇ ਕੇ ਗੁਣ ਗਾਵਣਿਆ, both activities are equal, ਇੱਕ ਰੂਪਤਾ ਵਿੱਚ ਆਉਂਦੀਆਂ ਨੇ। ਸੋ ਜਿਹੜਾ ਸਹਿਜ ਆ, ਇੱਕ ਨੈਚੁਰਲ ਪੇਸ ਦੇ ਵਿੱਚ ਜੀਵਨ ਨੂੰ ਜੀਣਾ, ਸਮਝਣਾ, ਉਸ ਲੈਵਲ ਤੇ ਚੱਲਣਾ, ਇਹੀ ਉਹਦਾ ਗੁਣਗਾਨ ਹੈ। ਜਿਵੇਂ ਹੀ ਬੰਦਾ ਉਸ ਸਹਿਜ ਨੂੰ ਤੋੜਦਾ ਆ, ਉਸ ਨੈਚੁਰਲ ਪੇਸ ਨੂੰ ਤੋੜਦਾ ਆ, ਆਈਦਰ ਉਹ ਬੜਾ, ਜਿਹਨੂੰ ਕਿਹਾ ਜਾਏ ਕਿ ਪੈਸਿਵ ਹੋ ਜਾਂਦਾ ਹੈ, ਪੈਸਿਮਿਸਟਿਕ ਵੇ ਦੇ ਨਾਲ ਆਪਣੇ ਜੀਵਨ ਨੂੰ ਉਸ ਕਿਸਮ ਦੀ ਅਪਰੋਚ ਲੈ ਕੇ ਆਉਂਦਾ ਆ। ਹਰ ਚੀਜ਼ ਵਾਸਤੇ ਪ੍ਰੋਕਾਸਟੀਨੇਸ਼ਨ ਹੁੰਦੀ ਹੈ, ਕੁਛ ਵੀ ਚੰਗਾ ਕਰਨਾ, ਸਪੋਜ਼ ਕਰੋ ਜੀਵਨ ਨੂੰ ਸੰਭਾਲਣ ਤੋਂ ਲੈ ਕੇ ਤੇ ਬਹੁਤ ਸੈਲਫਲੈਸ, ਇੱਕ ਸੇਵਾ ਦੇ ਭਾਵ, ਸਰਵਿਸ ਵਾਲੇ ਪਾਸੇ ਜਾਣਾ। ਬੰਦਾ ਸਾਰੇ ਤੋਂ ਆਪਣੇ ਆਪ ਨੂੰ ਪੈਸਿਵ ਕਰੀ ਜਾ ਰਿਹਾ, ਸਹਿਜ ਨਹੀਂ ਕਰ ਰਿਹਾ। ਜਾਂ ਦੂਸਰਾ ਲੈਵਲ ਆ ਸਕਦਾ ਹੈ, ਇਸ ਪਾਸੇ ਤੇ ਪੈਸਿਵ ਆ, ਪਰ ਅਗਰੈਸਿਵ ਕਿਹੜੇ ਪਾਸੇ ਹੈ? ਦੁਨੀਆ ਨੂੰ ਜਲਦੀ ਤੋਂ ਜਲਦੀ ਕਮਾ ਲੈਣਾ ਚਾਹੁੰਦਾ ਆ, ਦੁਨੀਆ 'ਚ ਜਲਦੀ ਤੋਂ ਜਲਦੀ, ਇਨ ਐਨੀ ਕਾਸਟ ਐਂਡ ਐਨੀ ਵੇ ਵਾਂਟ ਟੂ ਜਸਟ ਗੈਟ ਸਕਸੈਸ। ਇਹ ਵੀ ਜਿਹੜਾ ਪੇਸ ਆ, ਜਿਹੜੀ ਬਹੁਤ ਤੇਜ਼ ਰਫ਼ਤਾਰੀ ਹੈ, ਇਹ ਵੀ ਮਾਰਦੀ ਹੈ। ਬੰਦਾ ਇੱਕ ਬੈਲੈਂਸਡ ਵੇ ਨਾਲ ਜੀਵਨ ਜੀਏ, ਜੀਵਨ ਵਿੱਚ ਕਮਾਏ, ਸਹਿਜੇ, ਉੱਚਾ ਉੱਠੇ ਹਰ ਲੈਵਲ ਤੇ, ਪਰ ਉਹਦੇ ਵਿੱਚ ਗੁਣ ਮਾਈਨਸ ਨਾ ਕਰੇ। ਐਥੀਕਲੀ, ਪ੍ਰਿੰਸੀਪਲ ਸਾਈਡਸ ਤੋਂ, ਹਿਊਮੈਨਿਟੀ ਵਾਲੇ ਸਾਈਡਸ ਤੋਂ ਆਪਣੇ ਆਪ ਨੂੰ ਬੈਂਕਰਪਟ ਨਾ ਹੋਣ ਦੇਵੇ। ਅਦਰਵਾਈਜ਼ ਦੁਨੀਆ ਦੀ ਹਰ ਸਕਸੈਸ, ਹਰ ਪ੍ਰਾਪਤੀ ਇੱਕ ਲੈਵਲ ਤੇ ਜਾ ਕੇ ਸਵਾਏ ਕਲਟ ਤੋਂ ਕੁਛ ਵੀ ਨਹੀਂ ਰਹਿ ਜਾਏਗੀ। ਗੁਰੂ ਅਮਰਦਾਸ ਸਾਹਿਬ ਦੀ ਗੱਲ ਕਰਦੇ, ਜਿਹਨੂੰ ਬਹੁਤ ਸਿੰਪਲ ਵਰਡਸ ਵਿੱਚ ਪਾਈਏ ਤੇ। ਸੋ ਇੱਥੇ ਬਚਨ ਆਇਆ, ਬਾਜ ਗੁਰੂ ਕੋ ਸਹਿਜ ਨਾ ਪਾਏ। ਗੁਰੂ ਇੰਸਟੀਟਿਊਸ਼ਨਸ ਨੂੰ ਫੋਲੋ ਕਰਨ ਤੋਂ ਬਿਨਾਂ ਅਸੀਂ ਇਸ ਸਹਿਜ ਦੇ ਪੇਸ ਨੂੰ ਸ਼ਾਇਦ ਪ੍ਰੋਪਰਲੀ ਜੀ ਨਹੀਂ ਸਕਾਂਗੇ, ਅਪਣਾ ਨਹੀਂ ਸਕਾਂਗੇ। ਸੋ ਕਿਆ ਬਾਜ ਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ। ਪੀਪਲ ਹੂ ਆਰ ਰੈਡੀ ਟੂ ਲਿਵ ਦੇਅਰ ਲਾਈਵਸ ਅਕੋਰਡਿੰਗ ਟੂ ਗੁਰੂ ਸਕੂਲ ਆਫ ਥਾਟ। ਗੁਰਮੁਖ ਉਹ ਸਹਿਜੇ ਹੀ ਆਪਣੇ ਆਪ ਹੀ ਇਸ ਚੀਜ਼ ਦੇ ਧਾਰਨੀ ਹੋ ਜਾਣਗੇ, ਉਸ ਜਿਹੜਾ ਰੀਅਲ ਪੇਸ ਆਫ ਲਾਈਫ ਆ ਉਹਨੂੰ ਅਡਾਪਟ ਕਰ ਲੈਣਗੇ। ਇਹ ਰਹਾ ਹੋਇਆ, ਜਿਹਨੂੰ ਕਹਿ ਲਓ ਮੇਨ ਮੈਸੇਜ ਹੈ ਸ਼ਬਦ ਦਾ। ਹੁਣ ਆਪਾਂ ਜੋ 6 ਨੰਬਰ ਪਦੇ ਨੂੰ ਅੱਗੇ ਲੈ ਕੇ ਜਾਣਾ ਆ। ਗੁਰੂ ਸਾਹਿਬ ਜ਼ਿਕਰ ਕਰਦੇ, ਆਪੇ ਕਰੇ ਕਰਾਏ ਆਪੇ, ਆਪੇ ਥਾਪ ਉਥਾਪੇ ਆਪੇ। ਆਪੇ ਕਰੇ ਕਰਾਏ ਆਪੇ। ਬੀਤੇ ਕੱਲ ਵੀ ਇਹਦੇ ਬਾਬਤ ਬਾਤ ਹੋਈ, ਕਿਉਂਕਿ ਸਾਰਾ ਸ਼ਬਦ ਇਸ ਕਿਸਮ ਦਾ ਨਾ, ਇਸ ਤਰੀਕੇ ਨਾਲ ਆ। ਕਿਸੇ ਚੀਜ਼ ਵਾਸਤੇ ਵੀ ਬੰਦਾ ਜੋ ਜਜਮੈਂਟਲ ਹੋ ਜਾਣਾ, ਮਤਲਬ ਇਹ ਬੰਦੇ ਨੂੰ ਕਈ ਵਾਰ ਆਪਣੀਆਂ ਤੇ ਕਮੀਆਂ ਨਹੀਂ ਦਿਸਦੀਆਂ, ਪਰ ਆਲੇ ਦੁਆਲੇ ਨੂੰ ਕਮੀਆਂ ਖਾਮੀਆਂ ਵੇਖ ਕੇ ਉਹਨਾਂ ਨੂੰ ਜੱਜ ਕਰਦਾ ਆ, ਤੇ ਫਿਰ ਇਹ ਵੀ ਗੁਨਾਹਗੀਰ ਉਹਨਾਂ ਨੂੰ ਸਥਾਪਿਤ ਕਰਦਾ ਹੈ। ਜੇ ਸਾਹਮਣੇ ਤੌਰ ਤੇ ਨਹੀਂ ਕਰ ਸਕਦਾ
ਗੱਲਾਂ ਬਾਤਾਂ ਅਮਲਾਂ ਤੇ ਆਪਣੀ ਸੋਚ ਵਿੱਚ ਉਹਨਾਂ ਬਾਰੇ ਇਸ ਕਿਸਮ ਦੀ ਬਾਤ ਲੈ ਕੇ ਆਉਂਦਾ ਹੈ। ਜਿਹੜੀ ਨਫ਼ਰਤ ਆ, ਹੇਟਡ ਆ, ਇਹ ਐਵੇਂ ਨਹੀਂ ਆ ਜਾਂਦੀ। ਬੰਦਾ ਪਹਿਲਾਂ ਆਪਣੇ ਅੰਦਰ ਇੱਕ ਕਿਸੇ ਬਾਬਤ ਡਿਸੀਜਨ ਬਣਾਉਂਦਾ ਆ, ਤੇ ਡਿਸੀਜਨ ਕੀ? ਮੇਰੀ ਸੋਚ ਮੁਤਾਬਕ ਮੈਂ ਆਪਣੀ ਥਾਂ ਤੇ ਪੂਰਾ ਆ, ਬਾਕੀ ਲੋਕ ਇੱਥੇ ਅਧੂਰੇ ਨੇ। ਤੇ ਇਸ ਕਰਕੇ ਅਸੀਂ ਲੋਕ ਜਾਂ ਸਾਡਾ ਪਰਿਵਾਰ ਜਾਂ ਸਾਡਾ ਸਮਾਜ ਸਫਰ ਕਰ ਰਿਹਾ। ਤੁਸੀਂ ਇਹਨਾਂ ਮੁਲਕਾਂ 'ਚ ਦੇਖਦੇ ਹੋ ਨਾ, ਵਾਈਟ ਸੁਪਰਮੇਸੀ ਦੀ ਗੱਲ ਹੋ ਰਹੀ ਹੈ। ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਐਂਟੀ ਇਮੀਗ੍ਰੈਂਟ ਸੈਂਟੀਮੈਂਟਸ ਹਾਈ ਹੋ ਰਹੇ ਨੇ, ਜਾਂ ਦੂਸਰੀ ਸਾਈਡ 'ਤੇ ਅਸੀਂ ਦੇਖਦੇ ਹੈਗੇ ਹਾਂ ਬਲੈਕ ਲਾਈਵਜ਼ ਮੈਟਰ ਵਰਗੀਆਂ ਮੂਵਮੈਂਟਸ ਚੱਲ ਰਹੀਆਂ ਨੇ। ਸੋ ਇੱਕ ਐਸੇ ਹਾਲਾਤ ਬਣ ਰਹੇ ਨੇ ਜਿਨ੍ਹਾਂ ਨੂੰ ਵੇਖ ਕੇ ਬੰਦਾ ਕਹਿੰਦਾ ਵੀ ਐਕਚੁਅਲੀ ਹੋ ਕੀ ਰਿਹਾ ਆ? ਹੋ ਇਹ ਰਿਹਾ ਆ ਕਿ ਹਿਊਮਨ ਬੀਇੰਗ ਹੋਣ ਕਰਕੇ ਅਸੀਂ ਸਭ ਚੀਜ਼ਾਂ ਨੂੰ ਜੱਜ ਕਰ ਰਹੇ ਹਾਂ ਆਪਣੇ ਪਰਸਪੈਕਟਿਵ ਦੇ ਨਾਲ। ਹਾਲਾਂਕਿ ਬਾਣੀ ਇਹ ਕਹਿ ਰਹੀ ਹੈ ਜਿੱਥੇ ਅਨਜਸਟਿਸ ਹੁੰਦਾ ਉਹਦੇ ਖਿਲਾਫ ਆਵਾਜ਼ ਚੁੱਕੋ, ਪਰ ਸ਼ੁਰੂਆਤ ਆਪਣੇ ਆਪ ਤੋਂ ਕਰੋ। ਜਿੰਨੀ ਦੇਰ ਤੱਕ ਤੂੰ ਆਪ ਆਪਣਾ ਸੁਧਾਰ ਨਹੀਂ ਕਰਦਾ, ਆਲੇ ਦੁਆਲੇ ਦਾ ਸੁਧਾਰ ਕਿਵੇਂ ਹੋਏਗਾ? ਜਿਹਨੂੰ ਬਾਣੀ ਨੇ ਕਿਹਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇੱਥੋਂ ਸ਼ੁਰੂਆਤ ਕਿਉਂ ਨਹੀਂ ਕਰਦਾ? ਜਿਹੜੀ ਅਛਿਆਈ ਚੰਗਿਆਈ ਐਗਜ਼ੀਕਿਊਟ ਕਰਨੀ ਆਪਣੇ ਵਿੱਚ ਕਰ, ਆਪਣੇ ਆਲੇ ਦੁਆਲੇ ਵੇਖ ਵੀ ਤੂੰ ਕਿਸ ਲੈਵਲ ਤੇ ਉਸ ਵਿੱਚ ਕੰਟਰੀਬਿਊਟ ਕਰ ਰਿਹਾ ਹੈਗਾ ਆ। ਇੱਥੋਂ ਫਿਰ ਨੈਕਸਟ ਲੈਵਲ ਜਿਹੜਾ ਹੈ ਉਹ ਹੈ ਐਜੂਕੇਟ ਕਰਨ ਦਾ। ਉਹ ਪਹਿਲੀ ਸੱਟੇ ਲੋਕਾਂ ਨੂੰ ਫੋਰਸ ਕਰਨ ਦਾ ਨਹੀਂ। ਈਵਨ ਜਿਹੜਾ ਲਾ ਐਨਫੋਰਸਮੈਂਟ ਦਾ ਕਾਰਜ ਵੀ ਹੈ, ਕੁਦਰਤੀ ਤੌਰ ਤੇ ਬਾਤ ਆਈ ਅੱਜ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਔਲਾਦ ਕਹਿ ਲਓ, ਜਿਹਨੂੰ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ ਯਾਦ ਕਰਦੇ ਹਾਂ ਅਸੀਂ, ਅੱਜ ਉਹਨਾਂ ਦੀ ਡੈਥ ਐਨੀਵਰਸਰੀ ਵੀ ਹੈ। ਇੱਕ ਉਹ ਐਰਾ, ਇੱਕ ਉਹ ਸਮਾਂ ਜਿਹਦੇ ਵਿੱਚ ਜੋ ਸਿਰ ਤੇ ਪੱਗਾਂ ਬੰਨ੍ਹਣ ਵਾਲੇ ਉਸ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹਨਾਂ ਨੇ ਪੰਜਾਬ ਦੀ ਫਿਜ਼ਾਂ ਦੇ ਵਿੱਚ ਇੱਕ ਵੱਡੇ ਏਰੀਏ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਲੋਕੀ ਕਹਿੰਦੇ ਹੈਗੇ ਨੇ ਕਿ ਬੜੇ ਨਿਊਟਰਲ ਸਟੇਟ, ਜਿਹਨੂੰ ਕਿਹਾ ਧਰਮ ਨਿਰਪੱਖ, ਜਿਹਦੇ 'ਚ ਮਲਟੀ ਕਲਚਰ ਮਲਟੀ ਫੇਥ, ਇਹ ਸਾਰਿਆਂ ਨੂੰ ਇੱਕ ਰੂਪਤਾ ਦੇ ਵਿੱਚ ਲਿਆਂਦਾ ਜਾਏ। ਸੋ ਸੈਕੂਲਰਿਜ਼ਮ ਦੀ ਜਿਹੜੀ ਰੀਅਲ ਪਿਕਚਰ ਧਰਤੀ ਤੇ ਜੇ ਕਿਤੇ ਪੇਸ਼ ਹੋਈ ਤੇ ਉਹਦੇ ਕਰਨਧਾਰ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਆਖਰੀ ਜਿਹੜੇ ਵਾਲੀ ਵਾਰਸ ਸੀਗੇ, ਉਹ ਅੱਜ ਦੇ ਦਿਨ ਫੌਤ ਹੁੰਦੇ ਨੇ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਹੁਣ ਜਿਹੜੀ ਬਾਤ ਮੈਂ ਕਰ ਰਿਹਾ ਸੀਗਾ ਕਿ ਜਦੋਂ ਇਹ ਬਾਤ ਹੋਈ ਕਿ ਬੰਦਾ ਇੱਕ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਪ੍ਰੋਸੈਸ ਕਰੇ, ਤੇ ਪ੍ਰੋਸੈਸ ਕਰਨ ਤੋਂ ਬਾਅਦ ਇਹ ਕਹੇ ਕਿ ਓਕੇ, ਜਿਹੜੇ ਇਸ ਸੋਚ ਦੇ ਨਾਲ ਸਹਿਮਤ ਨਹੀਂ ਹੈਗੇ ਉਹਨਾਂ ਨੂੰ ਧਰਤੀ ਤੋਂ ਐਲੀਮੀਨੇਟ ਕਰ ਦਿੱਤਾ ਜਾਏ, ਜਾਂ ਜਿਹੜੇ ਮੇਰੇ ਮੁਤਾਬਕ ਸੋਚਦੇ ਨਹੀਂ, ਮੇਰੇ ਮੁਤਾਬਕ ਚੱਲਦੇ ਨਹੀਂ, ਉਹਨਾਂ ਨੂੰ। ਸੋ ਇਸ ਸਾਰੇ ਦੇ ਵਿੱਚੋਂ ਫਿਰ ਇਹੋ ਜਿਹਾ ਸਮਾਜ ਨਿਕਲਿਆ ਜਿਹਨੇ ਕਿਹਾ ਕਿ ਦੂਸਰੇ ਬੰਦੇ ਨੂੰ, ਜਿਹੜਾ ਬੰਦਾ ਆਪਣੇ ਮੁਤਾਬਕ ਨਹੀਂ, ਉਹਨੂੰ ਕਤਲ ਕਰ ਦਿਓ, ਉਹਨੂੰ ਮਾਰ ਦਿਓ। ਹੇਟਡ ਹੀ ਹੁੰਦੀ ਹੈ ਨਾ। ਆਪ ਹੈਰਾਨ ਹੋਵੋਗੇ, 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਰਾਜ ਰਿਹਾ, 10 ਸਾਲ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਫੋਲੋਵਰ ਜਾਂ ਕਰਨਧਾਰ ਸੀਗੇ ਉਹਨਾਂ ਨੇ, ਹਾਲਾਂਕਿ ਖਾਨਾ ਜੰਗੀਰੀ ਖੂਬ ਸਾਰੀ, ਪਰ ਉਹ ਚੱਲੇ। ਪਰ ਸਾਰੇ ਦੇ ਵਿੱਚ ਜਿਹੜੀ ਲਾ ਐਂਡ ਫੋਰਸਮੈਂਟ ਦੀ ਗੱਲ ਆ, ਇਨਫੋਰਸ ਕਰਨਾ, ਇਹ ਬ੍ਰਿਟਿਸ਼ ਰੂਲਰਸ ਨੂੰ ਵੀ ਸਮਝ ਨਹੀਂ ਸੀ ਆ ਰਹੀ ਵੀ ਗੱਲ ਕੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਸਮੇਂ ਦੇ ਵਿੱਚ, ਜਿਹਨੂੰ ਅਸੀਂ ਪੁਲਿਸ ਕਹਿੰਦੇ ਆ, ਪੁਲਿਸ ਫੋਰਸ ਨਹੀਂ ਸੀ ਹੈਗੀ, ਆਰਮੀ ਸੀ, ਜਿਹੜੇ ਉਹਨਾਂ ਦੇ ਜਿਹੜਾ ਸੀਗਾ ਬੈਟਲਫੀਲਡ 'ਤੇ ਜਾਂਦੀ ਸੀ ਉਸ ਤਰੀਕੇ ਨਾਲ, ਬਟ ਪੁਲਿਸ ਵਾਲਾ ਸਿਸਟਮ ਨਹੀਂ ਸੀ ਹੈਗਾ। ਉਹਦਾ ਕਾਰਨ ਕਿਉਂਕਿ ਉਹਦੀ ਲੋੜ ਨਹੀਂ ਸੀ ਹੈਗੀ। ਪੁਲਿਸ ਹੁੰਦੀ ਆਪਣੇ ਸਿਵਿਲੀਅਨ ਵਾਸਤੇ, ਖਾਸ ਕਿਸਮ ਦੀ ਇੱਕ ਆਈਡੀਓਲੋਜੀ ਨੂੰ ਇਨਫੋਰਸ ਕਰਨ ਵਾਸਤੇ। ਉੱਥੇ ਸਿਸਟਮ ਐਵੇਂ ਦਾ, ਕਿਉਂਕਿ ਜਿਹੜੀ ਮਿਸ਼ਲਾਂ ਦਾ ਸਾਰਾ ਸਿਸਟਮ ਸੀਗਾ ਇੱਕ ਪੰਚਾਇਤੀ ਸਿਸਟਮ ਵਿੱਚੋਂ ਆਇਆ ਸੀਗਾ, ਇੱਕ ਨੈਚੁਰਲ ਡੈਮੋਕ੍ਰੇਸੀ ਦੇ ਵਿੱਚੋਂ, ਲੋਕ ਮੁਹਾਜ, ਲੋਕ ਆਵਾਜ਼ ਵਿੱਚੋਂ ਨਿਕਲਿਆ ਸੀਗਾ। ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਇੱਕ ਐਸੀ ਹਸਤੀ ਸੀਗੀ ਉਸ ਖਿੱਤੇ ਦੇ ਵਿੱਚ, ਜਿੱਥੇ ਜਿਹੜੇ ਐਂਪਰਰ ਹੁੰਦੇ ਸੀਗੇ, ਜਿਹੜੇ ਰੂਲਰਸ ਹੁੰਦੇ ਸੀਗੇ, ਉਹਨਾਂ ਦੇ ਅੱਗੇ ਪਿੱਛੇ ਉਹਨਾਂ ਦੀਆਂ ਮਤਲਬ ਪੂਰੀਆਂ ਫੌਜ ਪਲਟਣਾ ਚੱਲਦੀਆਂ ਸੀਗੀਆਂ ਉਹਦੀ ਸਿਕਿਉਰਿਟੀ ਵਾਸਤੇ। ਮਹਾਰਾਜਾ ਰਣਜੀਤ ਸਿੰਘ ਨੂੰ ਕਦੀ ਇਹਦੀ ਲੋੜ ਨਹੀਂ ਪਈ। ਉਹ ਜਿੱਧਰ ਜਾਣਾ ਹੁੰਦਾ ਸੀ ਇਕੱਲਾ ਹੀ ਆਪਣੇ ਘੋੜੇ ਤੇ ਸਵਾਰ ਹੋ ਕੇ ਨਿਕਲ ਜਾਂਦਾ ਸੀਗਾ। ਖੇਤਾਂ ਦੇ ਵਿੱਚ ਕਿਸਾਨਾਂ ਦੇ ਕੋਲੋਂ ਲੰਘ ਰਿਹਾ, ਉਹਨਾਂ ਕੋਲੋਂ ਜਿਹੜਾ ਖਾਣਾ ਆ ਰਿਹਾ ਉਹਨਾਂ ਦੇ ਘਰੋਂ ਬਣ ਕੇ, ਉਹਨਾਂ ਨਾਲ ਬੈਠ ਕੇ ਖਾਣਾ ਖਾ ਰਿਹਾ ਆ।
ਉੱਥੇ ਉਹਨਾਂ ਦੇ ਘਰੋਂ ਲੱਸੀ ਆਈ, ਲੱਸੀ ਪੀ ਰਿਹਾ ਹੈਗਾ। ਜੇ ਕਿਤੇ ਥੱਕ ਗਿਆ ਹੈ ਤੇ ਉਹ ਜਾ ਕੇ ਉਹਨਾਂ ਦੇ ਦਰਖਤ ਥੱਲੇ, ਉਹਨਾਂ ਦੇ ਮੰਜੇ ਦੇ ਉੱਤੇ ਸੋ ਗਿਆ ਹੈਗਾ। ਸੋ ਇੱਕ ਐਸਾ ਜੀਵਨ ਹੈ ਸਾਰਾ ਕੁਝ। ਕਿਉਂ? ਕਿਉਂਕਿ ਸਾਰੇ ਮਾਹੌਲ ਦੇ ਵਿੱਚ ਜਿਹੜੇ ਮਨੁੱਖੀ ਅਸੂਲਾਂ ਜਾਂ ਮਨੁੱਖੀ ਕਿਰਦਾਰ ਦੀ ਬਾਤ ਕੀਤੀ ਜਾ ਰਹੀ ਹੈ, ਇਹ ਉਸ ਰੂਪ ਦੇ ਵਿੱਚ ਲੈ ਆਂਦੀ ਜਿਹਨੂੰ ਫੋਰਸ ਕਰਨ ਦੀ ਲੋੜ ਨਹੀਂਗੀ, ਆਪਣੇ ਆਪ ਉਹਨੂੰ ਅਡਾਪਟ ਕੀਤਾ ਜਾਏਗਾ। ਜੇ ਕਿਤੇ ਕਮੀ ਖਾਮੀ ਹੋਏਗੀ ਉਹਨੂੰ ਜਾ ਕੇ ਦੱਸਿਆ ਜਾਏਗਾ। ਉਹ ਜੇ ਮਹਾਰਾਜਾ ਐਵੇਂ ਜੀਵਨ ਜੀ ਸਕਦਾ ਹੈ, ਉਹ ਜੇ ਆਲੇ ਦੁਆਲੇ ਦੇ ਉਹ ਲੋਕ ਜਿਹੜੇ ਇਤਨੀ ਵੱਡੀ ਅਥਾਰਟੀ ਫਿਗਰ ਦੇ ਵਿੱਚ ਨੇ ਉਹ ਜੀ ਸਕਦੇ ਨੇ, ਤੁਹਾਨੂੰ ਜੀਣ 'ਚ ਕੀ ਹਰਜ ਹੈ ਭਾਈ? ਬਾਕੀ ਜੇ ਕੋਈ ਤੁਹਾਨੂੰ ਇਸ਼ੂ ਪ੍ਰੋਬਲਮ ਹੈ ਦੱਸੋ, ਉਹਨੂੰ ਦੂਰ ਕੀਤਾ ਜਾਏਗਾ। ਸੋ ਇਸ ਕਿਸਮ ਦੀ ਬਾਤ, ਮਤਲਬ ਧੱਕੇ ਦੇ ਨਾਲ ਇਨਫੋਰਸ ਕਰਨ ਵਾਸਤੇ ਕੋਈ ਚੀਜ਼ ਨਾ ਲਿਆਂਦੀ ਜਾਏ। ਹੁਣ ਜਦੋਂ ਹੁੰਦਾ ਇਹ ਹੈ ਲਾ ਐਂਡ ਫੋਰਸਮੈਂਟ, ਇੱਥੇ ਜਿਹਦੀ ਗੱਲ ਬੜੀ ਹੁੰਦੀ, ਜਿਹਨੂੰ ਰੱਬ ਦੇ ਮਤਾਇਤ ਮੰਨਿਆ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ, ਉਹਨਾਂ ਤੋਂ ਵੀ ਲੋਕ ਜਿਹੜਾ ਹੈਗਾ ਉਹ ਉਹਨਾਂ ਤੋਂ ਸੈਟਿਸਫਾਈ ਨਹੀਂ ਹੈਗੇ। ਨੋ ਦੇ ਆਰ ਬਾਇਸ, ਨੋ ਡਾਊਟ ਹੋਣਗੇ ਥੋੜੇ ਬਹੁਤੇ ਕਿਸੇ ਰੂਪ ਦੇ ਵਿੱਚ। ਉਹ ਇਸ ਤਰੀਕੇ ਨਾਲ ਫਿਰ ਕੀ ਕੀਤਾ ਜਾਏ, ਆਪਣੇ ਮਲੇਸ਼ੀਅਸ ਗਰੁੱਪ ਬਣਾਏ ਜਾਣ। ਹੁਣ ਇਹ ਜਿਹੜੀ ਹਾਲਤ ਆ, ਗੁਰਬਾਣੀ ਦੇਖੋ ਇਹ ਕਿਸ ਸਮੇਂ 'ਚ ਉਚਾਰਨ ਕੀਤੀ ਗੁਰੂ ਅਮਰਦਾਸ ਸਾਹਿਬ ਨੇ। ਅਸੀਂ ਮਿਸਾਲੀ ਤੌਰ ਤੇ ਬਾਤ ਕਰ ਰਹੇ ਹਾਂ, ਤੇ ਜਿਹਨੂੰ ਮੌਕਾ ਬਣੇਗਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਨਾਮ ਪੜ੍ਹਦੇ ਹਾਂ। ਜਿਵੇਂ ਆਪ ਨੇ ਸ਼ਾਇਦ ਨਾਮ ਕਦੀ ਪੜ੍ਹਿਆ ਸੁਣਿਆ ਹੋਏ, ਹਰਨਾਖਸ਼। ਇੱਕ ਮਿਥਿਹਾਸ ਰਿਐਲਿਟੀ 'ਚ ਹੋਇਆ ਨਹੀਂ ਹੋਇਆ, ਨੋਬਡੀ ਨੋਜ਼। ਮਿਥਿਓਲੋਜੀ ਦੇ ਵਿੱਚੋਂ ਮਿਥਿਆ ਗਿਆ ਉਹ ਕਰੈਕਟਰ ਆ ਹਰਨਾਖਸ਼, ਜਿਹੜਾ ਭਾਰਤੀ ਜਾਂ ਉਸ ਸਾਊਥ ਏਸ਼ੀਅਨ ਖਿੱਤੇ ਦੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇਤਨਾ ਗਹਿਰਾ ਉਕਰਿਆ ਸੀਗਾ। ਗੁਰੂ ਬਾਬਾ ਜੀ ਨੇ ਉਹਦੀਆਂ ਵਾਰ-ਵਾਰ ਐਗਜ਼ਾਮਪਲਸ ਕਰ ਕਰਕੇ ਸਾਨੂੰ ਸਚਿਆਰ ਬਣਾਇਆ, ਸਾਨੂੰ ਸੱਚ ਸਿਖਾਇਆ। ਕਿਉਂਕਿ ਜਿਹੜੀ ਚੀਜ਼ ਲੋਕ ਮੁਹਾਜ ਵਿੱਚ ਹੈ, ਜਿਹਨੂੰ ਅਸੀਂ ਕਹਿੰਦੇ ਆ ਫੋਕ ਵਿੱਚ ਚਲੀ ਗਈ ਹੈ, ਲੋਕਾਂ ਦੇ ਅੰਦਰ ਚਲੀ ਗਈ ਹੈ, ਉਸਨੂੰ ਉਹਦੇ ਜ਼ਰੀਏ ਸਮਝਾਉਣਾ ਬੜਾ ਸੌਖਾ ਹੈ। ਹੁਣ ਹਰਨਾਕਸ਼ ਕੀ ਹੈ? ਹਰਨਾਕਸ਼ ਇਜ਼ ਅ ਹਿਊਮਨ ਟੈਂਡੈਂਸੀ, ਇੱਕ ਮਨੁੱਖੀ ਬਿਰਤੀ ਹੈ। ਮੈਂ ਸਭ ਕੁਛ ਹਾਂ, ਬਸ ਮੇਰੀ ਹੀ ਗੱਲ ਮੰਨੀ ਜਾਏ, ਵਕਤ ਦਾ ਮੈਂ ਹੀ ਰੱਬ ਹਾਂ, who care about anything else। ਹੁਣ ਆ ਜਿਹੜੀ ਹਾਲਤ ਆ, ਐਬਸੋਲੂਟ ਪਾਵਰ ਵਿੱਚ ਆ ਕੇ ਡਿਸੀਜ਼ਨ ਜਿਹੜਾ ਹੈਗਾ ਉਹ ਦੇ ਦੇਣਾ। ਆਪ ਦੇਖੋ, ਫਿਰ ਮਾਫੀ ਮੰਗਾਂਗਾ, ਪੋਲੀਟੀਕਲ ਗੱਲ ਹੋ ਜਾਏਗੀ ਥੋੜੀ ਜੀ। ਸਾਊਥ ਆਫ ਦਾ ਬਾਰਡਰ, ਜਿਸ ਬੰਦੇ ਨੂੰ ਵੋਟਾਂ ਦੇ ਜ਼ਰੀਏ ਚੁਣ ਕੇ ਲਿਆਂਦਾ ਗਿਆ, ਜਿਹੜਾ ਬੰਦਾ ਦੁਨੀਆ ਤੇ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਕਰਨਧਾਰ ਆ, ਉਹ ਬੰਦਾ ਇਹ ਕਹਿ ਰਿਹਾ ਵੀ ਜੇ ਤੇ ਮੈਂ ਜਿੱਤਦਾ ਆ, that mean voting system is right. If I'm losing, then definitely something is not good. ਫਿਰ ਇਹਦੇ ਚ ਜ਼ਰੂਰ ਗੜਬੜ ਹੋਈ ਹੈ। ਮਤਲਬ ਮੈਂ ਮੇਰੀ ਗੱਲ ਮੰਨੀ ਜਾਏ, ਜਿਵੇਂ ਜੋ ਮੈਂ ਚਾਹ ਰਿਹਾ, ਜੇ ਉਹ ਰਿਜ਼ਲਟ ਆ ਰਿਹਾ ਫਿਰ ਠੀਕ ਹੈ, ਜੇ ਨਹੀਂ ਫਿਰ ਗਲਤ ਹੈ। ਇਹ ਕਿਹੜੀ ਹੈ? ਇਹ ਹਰਨਾਕਸ਼ ਦੀ ਬਿਰਤੀ ਹੈ। ਇਹ ਬਿਰਤੀ ਇਕੱਲੇ ਉਹਦੇ ਚ ਨਹੀਂ, ਮਨੁੱਖਾਂ ਦੇ ਸਭ ਲੈਵਲ ਤੇ ਤੁਹਾਨੂੰ ਮਿਲ ਜਾਏਗੀ, ਥੋੜੀ ਜਾਂ ਬਹੁਤੀ। ਬੰਦਾ ਕਹਿੰਦਾ ਹੈ ਜੋ ਮੈਂ ਕਹਿ ਰਿਹਾ, ਜੋ ਮੈਂ ਕਰ ਰਿਹਾ, ਜੋ ਮੈਂ ਸੋਚ ਰਿਹਾ, ਇਹੀ ਲਾਸਟ ਰਿਐਲਿਟੀ ਹੈ, ਇਸ ਤੋਂ ਬਿਨਾਂ ਨਹੀਂ ਹੋ ਸਕਦੀ। ਜਦੋਂ ਅਸੀਂ ਰੂਹਾਨੀ ਤੌਰ ਤੇ ਆ ਜਾਂਦੇ ਹਾਂ, ਰੂਹਾਨੀ ਤੌਰ ਤੇ ਬੰਦਾ ਆਲੇ ਦੁਆਲੇ ਦੀ ਹੋਂਦ ਨੂੰ ਸਵੀਕਾਰਦਾ ਆ, ਤੇ ਉਸ ਹੋਂਦ ਨੂੰ ਰੱਬ ਦਾ ਹੁਕਮ ਮੰਨਦਾ ਆ, ਤੇ ਉਸ ਹੋਂਦ ਦੇ ਵਿੱਚ ਸੋਚਦਾ ਹੈ ਮੈਂ ਚੰਗੇ ਤਰੀਕੇ ਨਾਲ ਕੰਟਰੀਬਿਊਟ ਕਿਵੇਂ ਕਰ ਸਕਦਾ ਆ। ਇਹ ਹੈ ਸਪਿਰਿਚੁਅਲਿਟੀ, ਇਹ ਹੈ ਅਧਿਆਤਮਕਤਾ, ਇਹ ਹੈ ਹੁਕਮ ਰਜ਼ਾਈ ਚੱਲਣਾ। ਜਦੋਂ ਬੰਦਾ ਇਹ ਸਾਰਿਆਂ ਨੂੰ ਨਹੀਂ ਸਮਝੇਗਾ, ਈਵਨ ਜਿੰਨਾ ਮਰਜੀ ਡਿਵੋਟੀ ਹੋਏ, ਡਿਵੋਸ਼ਨਲ ਵੇ ਦੇ ਨਾਲ ਸਵੇਰ ਤੋਂ ਸ਼ਾਮ ਤੱਕ ਸਵਾਏ ਵਰਸ਼ਿਪ ਤੋਂ, ਸਵਾਏ ਚੈਂਟਿੰਗ ਤੋਂ, ਸਵਾਏ ਸਕ੍ਰਿਪਚਰ ਰੀਡਿੰਗ ਰਾਈਟਿੰਗ ਤੋਂ ਕੁਝ ਵੀ ਨਹੀਂ ਕਰ ਰਿਹਾ, ਪਰ ਜੇ ਇਸ ਸੋਚ ਤੋਂ ਟੁੱਟ ਗਿਆ ਆ, ਉਹ ਕਲਟ ਹੈ, ਉਹ ਸੰਪਰਦਾਈ ਹੈ। ਇਹ ਗੁਰੂ ਬਾਬਾ ਜੀ ਨੇ ਸਿਖਾਇਆ। ਗੁਰੂ ਬਾਬਾ ਜੀ ਨੇ ਕਿਹਾ ਉਹ ਲੋਕ ਬਹੁਤ ਧਰਮ ਦੇ ਕਾਰਜ ਕਰਕੇ ਵੀ ਧਰਮੀ ਨਹੀਂ ਹੋ ਸਕਦੇ, ਜਿਹੜੇ ਇਸ ਚੀਜ਼ ਨੂੰ ਨਹੀਂ ਸਮਝਦੇ ਕਿ ਸਾਨੂੰ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ, ਸਾਨੂੰ ਆਲੇ ਦੁਆਲੇ ਨੂੰ ਸਵੀਕਾਰਨਾ ਚਾਹੀਦਾ ਹੈ। ਇੱਥੇ ਬਚਨ ਆਇਆ, ਆਪੇ ਕਰੇ ਕਰਾਏ ਆਪੇ। ਮਨੁੱਖਾਂ ਦੇ ਵਿੱਚ ਬੈਠ ਕੇ ਉਹੀ ਕਰਨ ਕਰਾਉਣ ਵਾਲਾ ਆ, ਉਹਦੇ ਸਦਕਾ ਹੀ ਜੀਵਨ ਦੀ ਇਹ ਸਾਰੀ ਆਭਾ ਮੰਡਤ ਹੋਈ ਹੈ। ਹਾਂ, ਮੈਨੂੰ ਇਹ ਪਤਾ ਲੱਗਾ ਆ ਕੁਝ ਮਨੁੱਖਾਂ ਦੇ ਰੋਲ ਚੰਗੇ ਨਹੀਂ, ਕੁਝ ਮਨੁੱਖਾਂ ਤੋਂ ਕਾਰਜ ਚੰਗੇ ਨਹੀਂ ਹੋ ਰਹੇ, ਮੈਂ ਉਹਨਾਂ ਨੂੰ ਚੰਗਾ ਕਾਰਜ ਕਰਕੇ ਵਿਖਾਵਾਂ, ਪਰ ਇਹਦੇ ਲਈ ਤੇ ਬੜਾ ਟਾਈਮ ਲੱਗ ਜਾਏਗਾ। ਇਸ ਕਰਕੇ ਮੈਂ ਕੀ ਕਰਾਂ? ਮੈਂ ਇਨਫੋਰਸ ਕਰਾਂ ਨਾ। ਐਕਚੁਅਲੀ ਇਹਦੇ ਨਾਲ ਤੇ ਮੈਸ ਬਣ ਜਾਏਗੀ ਸਾਰੀ। ਇਹਦੇ ਨਾਲ ਤੇ ਤੁਸੀਂ ਆਪਣਾ ਥਾਟ ਜਿਹੜਾ ਹੈ ਇਨਫੋਰਸ ਕਰੋਗੇ, ਦੂਸਰੇ ਆਪਣੇ ਤਰੀਕੇ ਨਾਲ ਕਰਨਗੇ, ਤੇ ਹੋਏਗਾ ਕਿ ਧਰਤੀ ਦੇ ਉੱਤੇ ਇੱਕ ਅਨਾਰਕੀ, ਇੱਕ
ਅਰਾਜਕਤਾ ਫੈਲ ਜਾਏਗੀ, ਫਿਰ ਬਲੱਡ ਸ਼ੈਡਿੰਗ ਹੋਏਗੀ, ਫਿਰ ਮਨੁੱਖ ਦਾ ਵੈਰੀ ਬਣ ਜਾਏਗਾ। ਤੇ ਜਿਹੜੀ ਹਾਰਮੋਨੀ ਹੈ, ਧਰਮ ਦਾ ਕੰਮ ਤੇ ਧਰਤੀ ਦੇ ਉੱਤੇ ਸਵਰਗ ਦੀ ਸਥਾਪਤੀ ਹੈ, ਉਹ ਕਿੱਥੇ ਹੋ ਜਾਏਗਾ ਫਿਰ? ਇਸ ਲਈ ਗੁਰੂ ਬਾਬਾ ਜੀ ਨੇ ਜ਼ਿੰਦਗੀਆਂ ਦੀਆਂ ਜ਼ਿੰਦਗੀਆਂ ਲਗਾ ਦਿੱਤੀਆਂ ਤੇ ਕਿਹਾ ਕੋਈ ਗੱਲ ਨਹੀਂ, ਇੱਕ ਦਿਨ ਅਸੀਂ ਖਾਲਿਸ ਰੂਪ ਵੇਖਾਂਗੇ। ਫਿਰ ਖਾਲਿਸ ਰੂਪ ਵੇਖਿਆ ਇੱਕ ਦਿਨ, ਤੇ ਉਹ ਖਾਲਿਸ ਰੂਪ ਕੈਸਾ ਸੀਗਾ? ਜਿਹਦੇ ਵਿੱਚ ਸਿਰਫ ਤੇ ਸਿਰਫ ਦਇਆ ਸੀ, ਕੰਪੈਸ਼ਨ, ਜਿਹਦੇ 'ਚ ਸਿਰਫ ਤੇ ਸਿਰਫ ਧਰਮ ਸੀ, ਡਿਸਿਪਲਿਨ, ਜਿਹਦੇ 'ਚ ਸਿਰਫ ਤੇ ਸਿਰਫ ਹਿੰਮਤ ਸੀ, ਕਰੇਜ, ਜਿਹਦੇ 'ਚ ਸਿਰਫ ਤੇ ਸਿਰਫ ਮੁਹਕਮਤਾਈ ਸੀ, ਡਿਟਰਮੀਨੇਸ਼ਨ, ਜਿਹਦੇ 'ਚ ਸਾਹਿਬੀ ਸੀ, ਹਾਈਐਸਟ ਲੈਵਲ ਆਫ ਰਿਸਪੈਕਟ। ਇਹੀ ਪੰਜਾਂ ਪਿਆਰਿਆਂ ਦੇ ਨਾਮ ਨੇ ਨਾ। ਐਕਚੁਅਲ ਲੈਵਲ ਤੇ ਆਹ ਚੀਜ਼ ਜਿਹੜੀ ਹੈ ਇਹ ਧਰਤੀ ਤੇ ਸਥਾਪਿਤ ਹੁੰਦੀ ਹੈ। ਤੇ ਫਿਰ ਜਦੋਂ ਕਈ ਵਾਰ ਅਸੀਂ ਸਿੱਖ ਹਿਸਟਰੀ ਪੜ੍ਹਦੇ ਵੀ ਹਾਂ ਤੇ ਲੋਕੀ ਕਈ ਵਾਰ ਕਹਿ ਦਿੰਦੇ ਨੇ, ਭਾਈ ਸਾਹਿਬ ਡੋਂਟ ਯੂ ਥਿੰਕ ਇਟਸ ਟੂ ਗੁੱਡ ਟੂ ਬਲੀਵ, ਐਵੇਂ ਹੋ ਸਕਦਾ ਆ? ਭਾਈ ਹੋਇਆ ਆ, 200-300 ਸਾਲ ਪਿੱਛੇ ਕੋਈ ਹਿਸਟਰੀ ਨਹੀਂ ਹੈਗੀ, ਇਹ ਤੇ ਕੱਲ ਦੀਆਂ ਗੱਲਾਂ ਨੇ। ਸਾਰੇ ਤੁਹਾਡੇ ਕੋਲ ਐਵੀਡੈਂਸ ਪਏ ਨੇ, ਡਾਟਾ ਪਿਆ ਆ, ਸਾਰਾ ਚੈੱਕ ਕੀਤਾ ਜਾ ਸਕਦਾ ਹੈ। ਗੁਰੂ ਮਹਾਰਾਜ ਕਹਿੰਦੇ ਤਾਂ ਹੋ ਸਕਦਾ ਹੈ, ਆਪੇ ਕਰੇ ਕਰਾਏ ਆਪੇ, ਕਿਉਂਕਿ ਸਭ ਵਿੱਚ ਬੈਠੇ ਹੋਏ ਸਾਰ ਤੱਤ ਨੂੰ ਵੇਖੇ, ਬੰਦਾ ਆਪਣੇ ਰੋਲ ਤੇ ਐਮਫਸਾਈਜ਼ ਕਰੇ, ਆਲੇ ਦੁਆਲੇ ਨੂੰ ਜਿਸ ਰੂਪ ਦੇ ਵਿੱਚ ਉਹਨੇ ਚਲਾਣਾ ਆ ਉਵੇਂ ਇਨਸਪੀਰੇਸ਼ਨ ਦੇ, ਪ੍ਰੇਰਨਾ ਦੇ, ਫੋਰਸ ਨਾ ਕਰੇ, ਧੱਕਾ ਨਾ ਕਰੇ। ਫਿਰ ਕਿਆ? ਆਪੇ ਥਾਪ ਉਥਾਪੇ ਆਪੇ। ਬਾਕੀ ਰੱਬ ਜੀ ਦਾ ਇੱਕ ਬੜਾ ਕਮਾਲ ਦਾ ਨਿਯਮ ਆ, ਥਾਪਣਾ ਹੁੰਦਾ ਹੈ ਕਿਸੇ ਡੋ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਡੋ ਨੂੰ ਕ੍ਰੀਏਟ ਕਰਕੇ ਉਹਦੇ ਅਕੋਰਡਿੰਗਲੀ ਕਿਸੇ ਚੀਜ਼ ਨੂੰ ਜਿਹੜਾ ਹੈਗਾ ਬਿਲਡ ਕਰਨਾ, ਬਣਾਉਣਾ। ਜਿਹੜੀ ਉਥਾਪਣਾ ਆ ਉਹ ਹੈਗਾ ਬਣੇ ਹੋਏ ਡੋ ਨੂੰ ਜਿਹੜਾ ਹੁੰਦਾ ਆ, ਜਿਹੜਾ ਰਾ ਮਟੀਰੀਅਲ, ਉਹਨੂੰ ਦੁਬਾਰਾ ਫਿਰ ਉਥਾਪ ਦੇਣਾ, ਗੁੰਨ ਦੇਣਾ, ਉਹਨੂੰ ਦੁਬਾਰਾ ਫਿਰ ਉਹਨੂੰ ਬਣਨ ਵਾਸਤੇ ਤਿਆਰ ਕਰ ਦੇਣਾ। ਐਕਚੁਅਲੀ ਇਹ ਸਾਰੀ ਤੱਤ ਨੇ, ਤੱਤਾਂ ਦੇ ਵਿੱਚੋਂ ਜੀ ਬਣਦੇ ਨੇ ਤੇ ਤੱਤਾਂ ਵਿੱਚ ਵਿਲੀਨ ਹੋ ਜਾਂਦੇ ਨੇ। ਇਹ ਥਾਪ ਉਥਾਪਣ ਦੀ ਕਿਰਿਆ ਆ। ਜਿਹੜਾ ਸਪਿਰਿਚੁਅਲ ਸਾਈਡ ਤੋਂ ਬੜਾ ਵਿਜ਼ਨਰੀ ਬਣ ਜਾਂਦਾ ਆ, ਉਹ ਇੱਕ ਜੀਵਨ ਦੇ ਇਸ ਫਾਰਮੈਟ ਇਕੱਲੇ ਇੱਕ ਰੂਪ ਵਿੱਚ ਨਹੀਂ ਫਸਦਾ। ਜੇ ਸਪੋਜ਼ ਕਰੋ ਮੈਂ ਬਾਈ ਚਾਂਸ ਆਊਟ ਆਫ ਦਾ ਬਾਰਡਰ ਗੱਲ ਕਰ ਰਿਹਾ ਸੀਗਾ ਇੱਕ ਇੰਡੀਵਿਜੂਅਲ ਦੀ, ਉਹ ਕਹਿੰਦਾ ਆ ਕਿ ਯੂ ਨੋ ਮੈਂ ਅਮਰੀਕਾ ਲਈ ਭਲੇ ਦੀ ਗੱਲ ਸੋਚਦਾ ਆ, ਤੇ ਭਲੇ ਦੀ ਗੱਲ ਆਈਦਰ ਇਸ ਸਰੀਰ ਵਿੱਚੋਂ ਹੋਏ ਜਾਂ ਕਿਸੇ ਹੋਰ ਸਰੀਰ ਵਿੱਚੋਂ ਹੋਏ, ਡਜ਼ਨਟ ਮੈਟਰ, ਸਰੀਰ ਥੋੜਾ ਮੈਟਰ ਕਰਦਾ ਉੱਥੇ। If I am sitting on that chair or anybody else is sitting, who care? The main thing is this ideology, this vision, this kind of dream we should proceed. We should actually ਉਹਨੂੰ ਅਸਾਂ ਪ੍ਰੋਸੈਸ ਵਿੱਚ ਲੈ ਕੇ ਜਾਣਾ, ਉਹਨੂੰ ਅਸੀਂ ਜਿੱਤਦੇ ਵੇਖਣਾ ਆ। ਫਿਰ ਮੇਰੀ ਇੰਡੀਵਿਜੂਅਲਿਟੀ ਜਿਹੜੀ ਹੈ ਇਹ ਮਾਈਨਸ ਹੋ ਜਾਏਗੀ। ਪਰ ਜੇ ਬੰਦਾ ਕਹਿ ਜਾ ਨੋ, ਜੇ ਆ ਉੱਥੇ ਆ ਤੇ ਫਿਰ ਹੀ ਭਲਾ ਹੋਏਗਾ, ਬਾਕੀ ਭਲਾ ਨਹੀਂ ਹੋ ਸਕਦਾ। ਦੈਟ ਮੀਨ ਅਸੀਂ ਜ਼ਿੰਦਗੀ ਦੀ ਤਸਵੀਰ ਖੜੋਤ ਕਰ ਦਿੱਤੀ। ਮਹਾਰਾਜ ਨੇ ਕਿਹਾ ਕੁਛ ਨਹੀਂ ਫਰਕ ਪੈਂਦਾ, ਮੈਂ ਹੋਵਾਂ ਨਾ ਹੋਵਾਂ, ਆ ਮਿਸ਼ਨ, ਆ ਵਿਜ਼ਨ ਹੋਣਾ ਚਾਹੀਦਾ ਉੱਥੇ। ਬਾਕੀ ਥਾਪ ਉਥਾਪ ਆ, ਐਸੇ ਸਰੀਰ ਕਈ ਵਾਰ ਬਣੇ, ਕਈ ਵਾਰ ਟੁੱਟ ਗਏ, ਕਈ ਵਾਰ ਉੱਥੇ ਬੈਠੇ, ਕਈ ਵਾਰੀ ਉਖੜੇ। ਇੱਥੋਂ ਫਿਰ ਤੁਸੀਂ ਇੱਕ ਵੱਡੇ ਲਾ ਨੂੰ ਵੇਖ ਲੈਂਦੇ ਹੋ। ਉਹਦੀ ਗੁਰੂ ਅਮਰਦਾਸ ਸਾਹਿਬ ਬਾਤ ਕਰਦੇ, ਆਪੇ ਥਾਪ ਉਥਾਪੇ ਆਪੇ, ਤੁਝ ਤੇ ਬਾਹਰ ਕਛੂ ਨਾ ਹੋਵੇ। ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ ਹੋ ਰਿਹਾ। ਇਸ ਲਈ ਸਿੱਖ ਬਹੁਤ ਡੀਪ ਲੈਵਲ ਤੇ ਬਿਲਕੁਲ ਚਿੰਤਾ ਪਰੇਸ਼ਾਨੀ, ਚਿੰਤਾ ਵਰੀਜ਼ ਦਾ ਮਤਲਬ, ਸਿੱਖ ਹੋਣ ਦਾ ਮਤਲਬ ਹੈ ਵਰੀ ਫਰੀ ਹੋ ਜਾਣਾ। ਕਿਉਂਕਿ ਸਾਨੂੰ ਇਹ ਕਿਹਾ ਗਿਆ, ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਏ। ਅਨਹੋਣੀ ਹੁੰਦੀ ਹੈ ਜਿਹੜੀ ਅਨਐਕਸੈਪਟਡ ਹੋ ਜਾਏ, ਜਿਹੜੀ ਜਿਹਨੂੰ ਕਿਹਾ ਜਾਏ ਅਨਐਕਸਪੈਕਟਡ ਹੋ ਗਈ। ਕੁਝ ਅਨਐਕਸਪੈਕਟਡ ਤੇ ਕੁਝ ਵੀ ਨਹੀਂ ਹੋਣਾ, ਸਾਰਾ ਕੁਝ ਮਦਰ ਨੇਚਰ ਦੇ ਪਲਾਨ ਵਿੱਚ ਆ। ਸਪੋਜ਼ ਮੈਂ ਹੋਰ ਸਰਲ ਕਰਕੇ ਬਿਆਨ ਕਰਦਾ ਆ, ਜਿਨ੍ਹਾਂ ਮੁਲਕਾਂ 'ਚ ਅਸੀਂ ਰਹਿ ਰਹੇ ਹਾਂ, ਇਹ ਕਲੋਨੀਅਲ ਪੀਰੀਅਡ ਵਿੱਚੋਂ ਇਹ ਮੁਲਕ ਆਏ ਨੇ। ਵੈਸਟਰਨ ਫੋਰਸਿਸ ਤਾਕਤ ਨਾਲ ਆਈਆਂ ਇੱਥੇ। ਇੱਥੋਂ ਦੇ ਜਿਹੜੇ ਬਾਸ਼ਿੰਦੇ ਵਸਨੀਕ ਸੀਗੇ, ਉਹਨਾਂ ਦੇ ਨਾਲ ਕੁਝ ਟ੍ਰੀਟੀਜ਼ ਕੀਤੀਆਂ, ਕੁਝ ਧੱਕਾ ਕੀਤਾ, ਤੇ ਉਸ ਸਾਰੇ ਦੇ ਨਾਲ ਇਹ ਮੁਲਕ ਆਜ਼ਾਦ ਹੋ ਗਏ। ਬੰਦਾ ਜਾਂ ਕੁਦਰਤ ਦਾ ਹਰ ਜੀ ਜਿਹੜਾ ਆ ਉਹ ਰੁਜ਼ਗਾਰ ਦੀ, ਕਿਰਤ ਦੀ ਤਲਾਸ਼, ਆਪਣੇ ਆਪ ਦੀ ਪ੍ਰਤੀਪਾਲਣਾ, ਆਪਣੇ ਸਰਵਾਈਵਲ ਲਈ ਭੱਜਦਾ ਆ। ਜਿਵੇਂ ਜਿਵੇਂ ਧਰਤੀ ਦੇ ਉੱਤੇ ਕਲੋਨੀਅਲ ਪੀਰੀਅਡ ਦੇ ਬਾਅਦ ਅਸੀਂ ਦੇਖਦੇ ਹਾਂ, ਪੋਸਟ ਕਲੋਨੀਅਲ ਪੀਰੀਅਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਯੂਰਪੀਅਨ ਸਾਰੀ ਮੈਸ ਬਣਾ ਕੇ ਭੱਜਣ ਲੱਗੇ ਅਫਰੀਕਾ ਵਿੱਚ, ਏਸ਼ੀਆ ਵਿੱਚ, ਹੋਰ ਖਿੱਤਿਆਂ ਦੇ ਵਿੱਚ, ਉਹਨਾਂ ਦੀ ਬਣਾਈ ਹੋਈ ਮੈਸ ਜਿਹੜੀ ਸੀਗੀ ਉਹ ਹੋਰ
ਖਤਰਨਾਕ ਢੰਗ ਦੇ ਨਾਲ ਉਸ ਤਰੀਕੇ ਨਾਲ ਜਿਹੜੀ ਆ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ। ਹੁਣ ਉਹ ਰਿਜ਼ਲਟਸ ਦੇ ਵਿੱਚੋਂ ਕਰਪਟ ਗਵਰਨਮੈਂਟਸ ਨਿਕਲੀਆਂ, ਕਰਪਟ ਸਿਸਟਮ ਨਿਕਲਿਆ, ਇੱਕ ਐਸੀ ਹਾਲਾਤ ਬਣ ਗਏ ਕਿ ਲੋਕਾਂ ਦੇ ਸਰਵਾਈਵਲ ਦੀ ਮੁਸ਼ਕਿਲ ਹੋ ਗਈ ਕਈ ਜਗ੍ਹਾ ਤੇ। ਆਪਾਂ ਕਈ ਵਾਰੀ ਬਾਤ ਕੀਤੀ, ਜੇ ਅੱਜ ਮੈਂ ਸਿੰਪਲ ਲੈਵਲ ਤੇ ਬਾਤ ਕਰਾਂ, ਮੈਨੂੰ ਨਹੀਂ ਪਤਾ ਤੁਹਾਡੇ 'ਚੋਂ ਸ਼ਾਇਦ ਬਹੁਤਿਆਂ ਨੇ ਪੰਜਾਬ ਦੀ ਫਿਜ਼ਾ ਵਿੱਚ ਉਹ ਸਮਾਂ ਦੇਖਿਆ, ਮੈਂ ਖੁਦ ਦੇਖਿਆ ਆਪਣੇ ਬਚਪਨ ਦੇ ਵਿੱਚ, ਜਦੋਂ ਤੁਸੀਂ ਇੱਕ 2 ਵੀਲਰ ਮੋਟਰ ਬਾਈਕ ਜਿਹੜੀ ਹੈ, ਪਹਿਲੀ ਗੱਲ ਤਾਂ ਤੁਹਾਡੀ ਅਫੋਰਡੇਬਿਲਿਟੀ ਸ਼ਾਇਦ ਉਸ ਲੈਵਲ ਦੀ ਨਾ ਹੋਏ, ਜੇ ਤੁਸੀਂ ਅਫੋਰਡ ਵੀ ਕਰਦੇ ਹੋ, ਤੁਸੀਂ ਉਸ ਮੋਟਰ ਬਾਈਕ ਨੂੰ ਖਰੀਦਣਾ ਵੀ ਚਾਹੁੰਦੇ ਹੋ, ਤੇ ਉਹਦੇ ਲਈ ਤੁਸੀਂ ਜਾ ਕੇ ਜੇ ਕੋਈ ਸਪੋਜ਼ ਕਰੋ ਕੋਈ ਨਾਮਵਰ ਕੋਈ ਕੰਪਨੀ, ਕੋਈ ਹੀਰੋ ਕੰਪਨੀ ਆ, ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਾ ਕੇ ਤੁਸੀਂ ਆਪਣੇ ਪੈਸੇ ਦਿੰਦੇ ਹੋ ਵੀ ਲਓ ਫੜੋ ਆਪਾਂ ਮੋਟਰਸਾਈਕਲ ਖਰੀਦਣੀ ਹੈ ਤੇ ਸਾਨੂੰ ਆਹ ਮੋਟਰ ਬਾਈਕ ਜਿਹੜੀ ਹੈਗੀ ਦੇ ਦਿਓ। ਉਹ ਕਹਿੰਦੇ ਠੀਕ ਹੈ, ਪੈਸੇ ਜਮ੍ਹਾਂ ਕਰਾ ਜਾਓ ਐਂਡ ਤੁਸੀਂ 6 ਮਹੀਨੇ ਬਾਅਦ ਆਇਓ। ਕਿਉਂ? ਕਿਉਂਕਿ ਜਿੰਨੀ ਡਿਮਾਂਡ ਆ ਉਨੀ ਸਪਲਾਈ ਨਹੀਂ ਹੈਗੀ। ਯੂ ਹੈਵ ਟੂ ਵੇਟ ਫॉर 6 months। ਫਿਰ ਉੱਥੇ ਬੰਦੇ ਨੇ ਕਿਹਾ ਅੱਛਾ ਕਮਾਲ ਹੋ ਗਈ, 6 ਮਹੀਨੇ। ਫਿਰ ਉੱਥੇ ਇੱਕ ਬੰਦਾ ਹੋਰ ਆ ਜਾਂਦਾ, ਉਹ ਕਹਿੰਦਾ ਲੈ ਦਿੰਦੇ ਹਾਂ, ਇੰਨੇ ਹੋਰ ਐਕਸਟਰਾ ਪੈਸੇ ਦੇ ਦਿਓ। ਇਹ ਕੀ ਹੈ? ਬਲੈਕ ਹੋ ਰਹੀ ਹੈ, ਬਲੈਕ ਮਾਰਕੀਟ। ਇਹੋ ਜਿਹਾ ਕਲਚਰ ਬਣਿਆ ਉੱਥੇ ਲੋਕਾਂ ਦੀ, ਜਿੱਥੇ ਫੋਨ ਲਾਈਨ ਲਵਾਉਣ ਵਾਸਤੇ ਇੱਕ ਹਾਈਐਸਟ ਲੈਵਲ ਦੀ ਜਿਹੜੀ ਹੈ ਫਰਮਾਇਸ਼ ਚਾਹੀਦੀ ਹੋਏਗੀ। ਤੁਸੀਂ ਦੇਖੋ ਇਹੋ ਜਿਹੇ ਖਿੱਤੇ 'ਚ ਕੌਣ ਰਹਿਣਾ ਚਾਹੇਗਾ? ਜਿਸ ਬੰਦੇ ਨੇ, ਮੇਰੇ ਇੱਕ ਬੜੇ ਪਿਆਰੇ ਮਿੱਤਰ ਹੈਗੇ ਨੇ ਇੱਥੇ ਪ੍ਰੇਰੀਜ਼ ਦੇ ਵਿੱਚ, ਅੰਕਲ ਨੇ ਵੈਸੇ ਤੇ ਏਜਡ ਨੇ ਪਰ ਬੜੀ ਸਾਂਝ ਹੈ ਮੇਰੀ ਉਹਨਾਂ ਨਾਲ। ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਪੰਜਾਬ ਦੇ ਇੱਕ ਮੈਡੀਕਲ ਕਾਲਜ ਤੋਂ ਟੌਪ ਕੀਤਾ, ਮਤਲਬ ਬੈਸਟ ਫਿਜ਼ੀਸ਼ੀਅਨ ਦੇ ਤੌਰ ਤੇ ਉਹ ਨਿਕਲੇ। ਤੇ ਜਦੋਂ ਉਹਨਾਂ ਨੂੰ ਫੁੱਲ ਫਲੈਜ ਫਿਜ਼ੀਸ਼ੀਅਨ ਦਾ ਲਾਇਸੈਂਸ ਮਿਲ ਗਿਆ ਤੇ ਹਸਪੀਟਲ ਵਿੱਚ ਜੌਬ ਕਰਨ ਲੱਗੇ। ਤੇ ਉਹ ਕਹਿੰਦੇ ਕਿ ਮੈਂ ਪਿੰਡਾਂ ਥਾਵਾਂ ਤੋਂ ਆਇਆ ਸੀ, ਮੈਂ ਲੋਕਾਂ ਨੂੰ ਸਟਰਗਲ ਕਰਦੇ ਦੇਖਿਆ ਸੀਗਾ ਉਹਨਾਂ ਦੇ ਮੈਡੀਕਲ ਟਰੀਟਮੈਂਟਸ ਵਾਸਤੇ। ਤੇ ਮੈਂ ਕੀ ਕਰਨਾ, ਮੈਂ ਨਾ ਸਵੇਰੇ ਮਤਲਬ ਆਪਣਾ ਜਿਹੜਾ ਟਾਈਮ ਹੁੰਦਾ ਸੀਗਾ ਡੈਡੀਕੇਟਿਡ ਟਾਈਮ, ਉਸ ਟਾਈਮ ਤੋਂ ਕੋਈ ਅੱਧਾ ਪੌਣਾ ਘੰਟਾ ਬਾਅਦ ਵਿੱਚ ਜਾਣਾ, ਕਿਉਂਕਿ ਮੈਂ ਫਿਰ ਕਹਿਣਾ ਮੈਂ ਦੁਪਹਿਰ ਨੂੰ ਨਾ ਲੰਚ ਲੈਣਾ ਨਾ ਬ੍ਰੇਕ ਲੈਣੀ, ਉੱਥੇ ਹੀ ਖਾ ਪੀ ਲੈਣਾ ਤੇ ਪੂਰਾ ਦਿਨ ਜਿਹੜਾ ਆ ਸ਼ਾਮ ਤੱਕ, ਜਦੋਂ ਤੱਕ ਲਾਸਟ ਪੇਸ਼ੈਂਟ ਜਿਹੜਾ ਹੈਗਾ ਉਹਨੂੰ ਮੈਂ ਨਹੀਂ ਵੇਖ ਲੈਂਦਾ, ਮੈਂ ਚੇਅਰ ਤੋਂ ਉੱਠਣਾ ਨਹੀਂਗਾ। ਕਹਿੰਦੇ ਮੈਂ ਇਸ ਤਰੀਕੇ ਨਾਲ ਸਵੇਰੇ 9 ਵਜੇ ਬੈਠਣਾ, ਸਾਰਾ ਦਿਨ ਸ਼ਾਮ ਤੱਕ ਲਾਸਟ ਪੇਸ਼ੈਂਟ ਜਿਹੜਾ ਹੈਗਾ ਉਹਨੂੰ ਵੇਖ ਕੇ ਮੈਂ ਉੱਥੋਂ ਉੱਠਣਾ। ਪਰ ਇਹਦੇ ਬਾਵਜੂਦ ਵੀ ਮੇਰੇ ਖਿਲਾਫ ਜਿਹੜਾ ਚੀਫ ਮੈਡੀਕਲ ਆਫਿਸਰ ਹੁੰਦਾ CMO, ਉਹ ਕਦੀ ਇਨਕੁਆਇਰੀ ਖੋਲ੍ਹਦੇ, ਕਦੀ ਕੁਛ ਕਰਦੇ, ਮੈਨੂੰ ਕੋਈ ਸਮਝ ਨਾ ਲੱਗੇ। ਮੈਂ ਕਹਾਂ ਹੱਦ ਹੋ ਗਈ, ਗੜਬੜ ਕਿੱਥੇ ਹੋ ਰਹੀ ਹੈ, ਆਖਰ ਪ੍ਰੋਬਲਮ ਕੀ ਹੈ? ਖੈਰ ਕਹਿੰਦੇ ਇਸ ਤਰੀਕੇ ਨਾਲ ਕੋਈ 3-4 ਮਹੀਨੇ ਚੱਲਿਆ। 4 ਮਹੀਨੇ ਬਾਅਦ ਮੇਰਾ ਕੋਈ ਦੋਸਤ ਮੇਰੇ ਨਾਲ ਜਿਹੜਾ ਕਲਾਸਮੇਟ ਸੀਗਾ ਉਹ ਕਿਤੇ ਮਿਲਣ ਲਈ ਆਇਆ। ਉਹ ਕਹਿੰਦਾ ਤੂੰ ਕਿੱਥੇ ਰਹਿਣਾ, ਬੜਾ ਬਿਜ਼ੀ ਰਹਿਣਾ। ਉਹ ਮੈਂ ਕਿਹਾ ਇੱਥੇ ਹਸਪੀਟਲ 'ਚ ਇੱਥੇ ਇਸ ਤਰੀਕੇ ਨਾਲ। ਉਹ ਕਹਿੰਦਾ ਤੂੰ ਇੰਨਾ ਕੰਮ ਕਰਦਾ ਮਰ ਜਾਏਗਾ। ਕਹਿੰਦਾ ਉਹ ਤੇ ਗੱਲ ਠੀਕ ਹੈ, ਪਰ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਆਹ ਦੇਖ, ਆਹ ਮਿਨਿਸਟਰੀ ਦਾ ਲੈਟਰ ਆਇਆ, ਆਹ ਦੇਖ। ਉਹ ਕਹਿੰਦਾ ਉਹਦੇ ਵਾਸਤੇ ਆਇਆ ਤੇਰੇ ਕੋਲ, ਤੇਰੇ ਬਾਰੇ ਪਤਾ ਲੱਗਾ ਤੇਰੀਆਂ ਸ਼ਿਕਾਇਤਾਂ ਬੜੀਆਂ ਆਉਂਦੀਆਂ ਨੇ। ਕਹਿੰਦਾ ਹਾਂ। ਕਹਿੰਦਾ ਗੱਲ ਇਹ ਹੈ, ਅੱਛਾ। ਕਹਿੰਦਾ ਉਸ ਦਿਨ ਬਾਈ ਚਾਂਸ ਪੇ ਮਿਲੀ ਸੀ ਸਾਨੂੰ। ਤੇ ਕਹਿੰਦਾ ਉਹ ਪੇ ਕਿੱਥੇ ਹੈ? ਕਹਿੰਦਾ ਆਇਆ ਕਿ ਨਹੀਂ ਮਿਲੀ। ਉਹਨੇ ਪੇ ਗਿਣੀ, ਪੇ ਗਿਣ ਕੇ ਵਿੱਚੋਂ ਉਹਨੇ ਕੁਝ ਹਿੱਸਾ, ਕੁਝ 100 ਰੁਪਏ ਜਿਹੜੇ ਨੇ ਕੱਢ ਲਏ ਤੇ ਕੱਢ ਕੇ ਆਪਣੀ ਜੇਬ ਵਿੱਚ ਪਾ ਲਏ। ਤੇ ਮੈਂ ਕਿਹਾ ਕੀ ਕੀਤਾ? ਕਹਿਣ ਲੱਗਾ ਇਹ ਉਸ ਬੰਦੇ ਦੇ ਨੇ ਜਿਹੜਾ ਬੰਦਾ ਬਾਹਰ ਰੋਜ਼ ਜੀਪ ਲਾ ਕੇ ਖੜਾ ਹੁੰਦਾ ਹੈ, ਕਦੀ ਤੈਨੂੰ ਸ਼ਿਕਾਇਤ ਲਾਉਂਦਾ ਹੈ, ਕਦੀ ਤੈਨੂੰ ਚਿੱਠੀ ਭੇਜ ਦਿੰਦਾ ਹੈਗਾ, ਇਹ ਉਹਦੀ ਫੀਸ ਆ ਤੇ ਕੱਲ ਤੋਂ ਇਹ ਚਿੱਠੀਆਂ ਬੰਦ ਹੋ ਜਾਣਗੀਆਂ। ਐਕਚੁਅਲੀ ਕਹਿੰਦਾ ਉਹ ਚਲਾ ਗਿਆ, ਉਹਨੇ CMO ਨੂੰ ਫੀਸ ਦੇ ਦਿੱਤੀ। ਮਹੀਨਾ ਪੂਰਾ ਕੋਈ ਲੈਟਰ ਨਹੀਂ ਆਇਆ, ਕੋਈ ਕੁਛ ਨਹੀਂ। ਮੈਨੂੰ ਅਹਿਸਾਸ ਹੋਇਆ ਉਹ ਐਕਚੁਅਲ ਲੈਵਲ ਤੇ ਇਸ ਸਿਸਟਮ ਵਿੱਚ ਫਿੱਟ ਹੋਣ ਵਾਸਤੇ ਆ ਸਭ ਕਰਨਾ ਪਏਗਾ। ਉਹਨਾਂ ਦਿਨਾਂ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਟੀਚਰਸ ਤੇ ਡਾਕਟਰਸ ਵਾਸਤੇ ਡਿਮਾਂਡ ਸੀਗੀ। ਮੈਨੂੰ ਕਿਸੇ ਨੇ ਦੱਸਿਆ, ਮੈਂ ਅਪਲਾਈ ਕਰਕੇ ਇੱਧਰ ਆ ਗਿਆ। ਅਦਰਵਾਈਜ਼ ਕਹਿੰਦਾ ਮੈਂ ਇਸ ਵਾਸਤੇ ਪੜ੍ਹਾਈ ਥੋੜ੍ਹਾ ਕੀਤੀ ਸੀਗੀ ਕਿ ਮੈਂ ਇੱਥੇ ਆ ਕੇ ਜਿਹੜੀ ਸਰਵ ਕਰਨਾ। ਨੋ ਵੇ। ਮੈਂ ਤੇ ਪਹਿਲੇ ਦਿਨ ਤੋਂ ਸੋਚਿਆ ਸੀਗਾ ਆਪਣੇ ਲੋਕਾਂ ਦਾ ਭਲਾ ਕਰਨਾ ਸਭ, ਪਰ ਇੱਕ ਸਿਸਟਮ ਐਸਾ ਬਣ ਗਿਆ। ਤੇ ਫਿਰ ਇੱਥੇ ਬਾਤ ਰਹੀ ਕਿ ਐਕਚੁਅਲ ਲੈਵਲ ਤੇ ਹੌਲੀ ਹੌਲੀ ਕਰਦਿਆਂ, ਜਿਹਨੂੰ ਕਿਹਾ ਇੱਕ ਐਵੋਲੂਸ਼ਨ, ਇੱਕ ਇਵੋਲਵ ਹੋ ਗਈਆਂ ਚੀਜ਼ਾਂ ਕਿ ਭਾਈ ਜੇ ਸੁਖਦ ਜ਼ਿੰਦਗੀ ਲੈਣੀ ਹੈ ਤੇ ਸਾਰਿਆਂ ਨੂੰ ਐਟਲੀਸਟ ਪੂਰਾ ਨਹੀਂ ਤੇ ਇੱਕ ਰੀਜ਼ਨੇਬਲ ਲੈਵਲ ਤੇ, ਇੱਕ ਜਿਹੜਾ ਹੈਗਾ
ਇੱਕ ਪ੍ਰੋਪਰ ਪੋਰਸ਼ਨ ਲੈਵਲ ਤੇ ਜਸਟਿਸ ਮਿਲਣਾ ਚਾਹੀਦਾ ਆ। ਫਿਰ ਇੱਥੇ ਜਸਟਿਸ ਮਿਲਣੇ ਸ਼ੁਰੂ ਹੋ ਗਏ, ਇੱਥੇ ਟਰੁੱਥ ਐਂਡ ਰੀਕਨਸਲਟੇਸ਼ਨ ਜਿਹੜੀ ਹੈ ਉਸ ਕਿਸਮ ਦੀ ਬਾਤ ਸ਼ੁਰੂ ਹੋ ਗਈ। ਫਿਰ ਇੱਥੇ ਡਿਫਰੈਂਟ ਤਰੀਕੇ ਨਾਲ ਫਿਰ ਅਪੋਲੋਜੀ ਕਰਨੀ ਸ਼ੁਰੂ ਕੀਤੀ, ਭਾਈ ਗਲਤ ਹੋਇਆ ਸੀਗਾ, ਸੌਰੀ ਆ, ਉਹਦੇ ਵਾਸਤੇ ਕੰਪਲਸੇਟ ਕਰਦੇ ਹਾਂ ਤੁਹਾਨੂੰ, ਅਗਾਂਹ ਵਾਸਤੇ ਨਹੀਂ ਕਰਾਂਗੇ। ਇਹ ਸਭ ਕਰਦਿਆਂ ਹੋਇਆਂ ਆਹ ਸਿਸਟਮ ਜਿਹੜਾ ਸਾਡੇ ਸਾਹਮਣੇ ਆ ਸਾਰਾ ਦਾ ਸਾਰਾ ਬਿਲਡ ਹੋਇਆ, ਤੇ ਇਹਦੇ ਵਿੱਚ ਹੁਣ ਸਾਰੀ ਪੂਰੀ ਦੁਨੀਆ ਦੇ ਲੋਕ ਇੱਥੇ ਆਉਣਾ ਚਾਹੁੰਦੇ। ਇਹ ਸਭ ਚੀਜ਼ਾਂ ਅਸੀਂ ਦੇਖਦੇ ਹੈਗੇ ਆ। ਆਈਡੀਅਲ ਨਹੀਂਗਾ, ਪਰ ਫਿਰ ਮੈਂ ਬੇਨਤੀ ਕਰਾਂਗਾ ਇੱਥੋਂ ਲਰਨ ਕਰਕੇ ਬੰਦਾ ਮਨੁੱਖ ਦੇ ਰੂਪ ਵਿੱਚ ਸਥਾਪਿਤ ਹੋਏ। ਮੈਂ ਮਹਾਰਾਜਾ ਰਣਜੀਤ ਸਿੰਘ ਦੀ ਬਾਤ ਕਰ ਰਿਹਾ ਸੀਗਾ, ਜਦੋਂ ਯੂਰਪੀਅਨ ਫੋਰਸਿਸ ਉੱਥੇ ਜਾਂਦੀਆਂ ਨੇ, ਯੂਰਪ ਦੇ ਲਿਟਰੇਸੀ ਰੇਟ ਨਾਲੋਂ ਪੰਜਾਬ ਦਾ ਲਿਟਰੇਸੀ ਰੇਟ ਕਿਤੇ ਹਾਈ ਸੀਗਾ। ਪਰ ਮੁਸ਼ਕਲ ਇਹ ਹੈ, ਲੋਕ ਬਾਇਸ ਨੇ, ਕੌਣ ਦੱਸੇਗਾ ਇਹਦੇ ਬਾਰੇ? ਕਿਉਂਕਿ ਜੇ ਬਾਇਸ ਨਹੀਂ ਹੋਣਗੇ ਤੇ ਫਿਰ ਉਹ ਕਲੋਨੀਅਲ ਪੀਰੀਅਡ ਤੇ ਦਾਗ ਲੱਗਣਗੇ ਸਾਰੇ, ਜਿਨ੍ਹਾਂ ਨੇ ਧੱਕੇ ਦੇ ਨਾਲ ਮਤਲਬ ਉਸ ਸਾਰੇ ਰਾਜ ਭਾਗ ਨੂੰ ਖਤਮ ਕੀਤਾ। ਉਹਦੇ ਚ ਕਈ ਫੋਰਸਸ ਆਉਣਗੀਆਂ ਤੁਹਾਡੇ ਸਾਹਮਣੇ। ਫਿਰ ਕੱਲਾ ਇਹੀ ਨਹੀਂ, ਕਈ ਵਾਰ ਲੋਕ ਇਹ ਵੀ ਕਹਿ ਦਿੰਦੇ ਨੇ, ਉਹ ਇੰਨਾ ਸ਼ੁਕਰ ਕਰੋ ਇੰਡੀਆ ਦੇ ਵਿੱਚ ਗੋਰੇ ਪਹੁੰਚ ਗਏ, ਬ੍ਰਿਟਿਸ਼ ਪਹੁੰਚ ਗਏ ਤੇ ਉੱਥੇ ਪੁਲ ਵੱਜ ਗਏ, ਟ੍ਰੇਨਾਂ ਚੱਲ ਗਈਆਂ, ਨਹੀਂ ਤੇ ਲੋਕਾਂ ਸਟੋਨ ਏਜ 'ਚ ਜੀਣਾ ਸੀਗਾ, ਲਾਲਟੇਨਾਂ ਟੰਗੀਆਂ ਹੋਣੀਆਂ ਸੀਗੀਆਂ। ਬਿਲਕੁਲ ਦਰਿਆਏ ਜ਼ਮਨਾ ਤੋਂ ਉਰਲੇ ਪਾਸੇ ਸਾਰੇ ਇਲਾਕੇ ਵਾਸਤੇ ਇਹ ਬੜਾ ਵੱਡਾ ਸੱਚ ਹੈ। ਪਰ ਜੇ ਆਪਾਂ ਪਰਲੇ ਪਾਸੇ ਚਲੇ ਜਾਈਏ, ਮਹਾਰਾਜਾ ਰਣਜੀਤ ਸਿੰਘ ਦਾ ਉਹ ਟਾਈਮ ਹੈ ਜਿਹਨੂੰ ਗੋਲਡਨ ਪੀਰੀਅਡ ਕਿਹਾ ਜਾਂਦਾ। ਆਪ ਦਰਬਾਰ ਸਾਹਿਬ ਜਾਂਦੇ ਹੋ ਨਾ, ਦਰਬਾਰ ਸਾਹਿਬ ਦੀ ਇਮਾਰਤ ਤੇ ਸੋਨਾ ਉਸ ਟਾਈਮ ਵਿੱਚ ਲੱਗਾ ਆ। ਪਰ ਕੈਪੀਟਾ ਇਨਕਮ ਬੰਦੇ ਦੀ ਹਾਇਰ ਲੈਵਲ ਤੇ ਉਸ ਪੂਰੇ ਖਿੱਤੇ ਦੇ ਵਿੱਚ ਏਸ਼ੀਆ 'ਚ ਇਹੋ ਜਿਹੀ ਨਹੀਂ ਹੈਗੀ। ਬੰਦਿਆਂ ਦੀ ਸਿਹਤ ਯਾਬਤਾ ਦੀ ਹਾਲਤ ਦੇਖੋ, ਆਪ ਹੋਰ ਤੇ ਬਾਤ ਛੱਡੋ। ਫਰਾਂਸੀਸੀ ਲੋਕ, ਫਰਾਂਸ ਦੇ ਜਿਹੜੇ ਲੋਕ ਨੇ, ਉਹ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਜੌਬ ਕਰਦੇ ਨੇ ਜਾ ਕੇ। ਇਹ ਸਾਰੀ ਚੀਜ਼ ਜਿਹੜੀ ਦੱਸਦੀ ਹੈ, ਪਰ ਇਹ ਸਭ ਦੇ ਵਿੱਚ ਇਹ ਨਹੀਂ ਕਿ ਉਸਨੇ ਕਿਹਾ ਕਿ ਬਸ ਮੈਨੂੰ ਸਿੱਖ ਹੀ ਸਿੱਖ ਚਾਹੀਦੇ ਨੇ। ਉੱਥੇ ਮੁਸਲਮਾਨ ਵੀ ਨੇ, ਉੱਥੇ ਬ੍ਰਾਹਮਣ ਵੀ ਨੇ, ਉੱਥੇ ਜਿਹੜਾ ਹੈਗਾ ਆ ਅੰਗਰੇਜ਼ ਜਿਹੜਾ ਈਸਾਈ ਵੀ ਨੇ, ਸਭ ਤਰ੍ਹਾਂ ਦੇ ਗੁਣਾਂ ਦੇ ਉੱਤੇ ਚੀਜ਼ ਖੜੀ ਕੀਤੀ ਜਾਏ। ਹਾਂ, ਵਕਤ ਦੇ ਨਾਲ ਜਦੋਂ ਬ੍ਰਿਟਿਸ਼ ਉੱਥੇ ਪਹੁੰਚਦਾ, ਸਭ ਚੀਜ਼ਾਂ ਉਹਨੂੰ ਡਿਸਟਰੋਏ ਕਰਦਾ, ਸਭ ਚੀਜ਼ਾਂ ਨੂੰ, ਤੇ ਅੱਜ ਉਸ ਲੈਵਲ ਤੇ ਬਾਤ ਕਰਦਾ। ਜਿਹੜੀ ਬਾਤ ਮੈਂ ਇੱਥੇ ਮੌਲਿਕ ਰੂਪ ਵਿੱਚ ਕਰ ਰਿਹਾ ਹੈਗਾ ਆ ਕਿ ਤੁਝ ਤੇ ਬਾਹਰ ਕਛੂ ਨਾ ਹੋਏ, ਸਭ ਉਹਦੇ ਹੁਕਮ ਵਿੱਚ ਹੋ ਰਿਹਾ। ਮਨੁੱਖਾਂ ਦੀ ਦੁਨੀਆ ਲਰਨ ਕਰਦੀ ਹੈ ਆਪਣੀਆਂ ਗਲਤੀਆਂ ਤੋਂ, ਆਪਣੀਆਂ ਮਿਸਟੇਕਸ ਤੋਂ, ਆਪਣੇ ਗੁਣਾਤਮਕ ਪੱਖ ਤੋਂ, ਸਭ ਚੀਜ਼ਾਂ ਤੋਂ। ਅੱਜ ਇਸੇ ਕੈਨੇਡੀਅਨ ਕਲਚਰ ਦੇ ਵਿੱਚ ਜਿੱਥੇ ਕਦੀ ਜਿਹੜੇ ਐਬਰੀਜਨਲ ਕਮਿਊਨਿਟੀ ਦੇ ਲੋਕ ਸੀਗੇ, ਇਹਨਾਂ ਦੇ ਬੱਚਿਆਂ ਨੂੰ ਚੁੱਕ ਕੇ ਰੈਜ਼ੀਡੈਂਟ ਸਕੂਲ ਵਿੱਚ ਰੱਖਿਆ ਜਾਂਦਾ ਸੀਗਾ। ਉਹਨਾਂ ਨੂੰ ਕਿਹਾ ਜਾਂਦਾ ਸੀਗਾ ਇਹਨਾਂ ਨੂੰ ਸੱਭਿਅਕ ਬਣਾਉਣਾ ਹੈ, ਇਹਨਾਂ ਨੂੰ ਧਰਮ ਸਿਖਾਉਣਾ ਹੈ, ਇਹਨਾਂ ਨੂੰ ਲੈਂਗੁਏਜ ਸਿਖਾਉਣੀ ਹੈ। ਉਸੇ ਹੀ ਕੰਟਰੀ ਦੇ ਵਿੱਚ ਤੁਸੀਂ ਐਟਲਾਂਟਿਕ ਸਾਈਡ ਤੇ ਚਲੇ ਜਾਓ, ਮੈਂ ਤੇ ਕੁਝ ਡਾਟਾ ਪੜ੍ਹ ਰਿਹਾ ਸੀਗਾ ਪਿਛਲੇ ਕੁਝ ਦਿਨਾਂ ਦੇ ਵਿੱਚ, 4 ਵੱਡੇ ਬੋਧੀਆਂ ਦੇ ਮੰਦਿਰ ਬਣੇ ਨੇ। ਉਹ ਥਾਈਲੈਂਡ ਤੋਂ ਆ ਕੇ ਲੋਕਾਂ ਨੇ ਨਹੀਂ ਬਣਾਏ, ਉਹ ਚਾਈਨੀਜ਼ ਬੋਧੀਆਂ ਨੇ ਨਹੀਂ ਬਣਾਏ, ਉਹ ਕੋਈ ਨੇਪਾਲ ਤੋਂ ਬੋਧੀ ਨਹੀਂ ਆਏ, ਇੱਥੋਂ ਦੇ ਲੋਕ ਜਿਹੜੇ ਬੁੱਧਿਜ਼ਮ ਦੀ ਪ੍ਰੈਕਟਿਸ ਕਰਦੇ ਨੇ ਉਹਨਾਂ ਨੇ ਬਣਾਏ ਨੇ। ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੇ ਆਪਣੇ ਆਪ ਬੈਟਰਮੈਂਟ ਲੈ ਕੇ ਆਉਣੀ ਹੈ, ਸਾਨੂੰ ਇਸ ਤਰੀਕੇ ਦੇ ਸਕੂਲ ਆਫ ਥਾਟ ਨਾਲ ਜੁੜਨਾ ਪਏਗਾ। ਤੇ ਇਟਸ ਨਾਟ ਅ ਬੈਡ ਥਿੰਗ, ਇਟਸ ਅ ਗੁੱਡ ਥਿੰਗ ਐਕਚੁਅਲੀ। ਜੇ ਇਹ ਸਮਝ ਆਏਗਾ, ਇਸ ਤੋਂ ਨੈਕਸਟ ਚੈਪਟਰ ਆ ਸਮਝ ਆਏਗਾ। ਕਿਉਂਕਿ ਜੋਗੀ ਜਿਹੜੇ ਨੇ ਉਹ ਬੋਧੀਆਂ ਦੇ ਬਹੁਤ ਨੇੜੇ ਨੇ। ਜੋਗੀ ਗੁਰੂ ਨਾਨਕ ਸਾਹਿਬ ਨੂੰ ਸਮਝਦੇ ਨੇ ਅਗਲੇ ਲੈਵਲ ਤੇ ਆ ਕੇ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਗੁਰੂ ਨਾਨਕ ਸਾਹਿਬ ਦਾ ਸੱਚ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਸੱਚ ਨੂੰ ਸਮਝਣ ਵਾਸਤੇ ਐਟਲੀਸਟ ਉੱਥੋਂ ਤੱਕ ਤੇ ਆਉਣਾ ਪਏਗਾ ਨਾ। ਫਿਰ ਉਸ ਤੋਂ ਅਗਲਾ ਪੜਾਅ ਆਇਆ, ਇੱਕ ਐਵੋਲੂਸ਼ਨ ਹੈ ਐਕਚੁਅਲ ਲੈਵਲ ਤੇ। ਪਰ ਇਹ ਸਭ ਚੀਜ਼ਾਂ ਨੂੰ ਸਮਝਦਿਆਂ ਹੋਇਆਂ ਸਮਝੋ ਸਭ ਰੱਬ ਦਾ ਹੁਕਮ ਹੈ। ਸਿੱਖ ਕਦੀ ਨਹੀਂ ਮੰਨਦਾ ਚਿੰਤਾ ਤਾਕੇ ਕੀਜੀਏ ਜੋ ਅਨਹੋਣੀ ਹੋਏ, ਕੁਝ ਵੀ ਅਨਹੋਣਾ ਨਹੀਂਗਾ। ਜੇ ਮਨੁੱਖ ਨੇ ਹਜ਼ਾਰਾਂ ਸਾਲ ਆਪਣੇ ਆਪ ਨੂੰ ਜਾਹਲ ਕਰਦਿਆਂ ਲਾ ਦਿੱਤੇ, ਮਤਲਬ ਇਸ ਇਹੋ ਜਿਹੀ ਚੀਜ਼ਾਂ ਦੇਖੋ, ਧਰਮ ਦੇ ਨਾਂ ਤੇ ਇੱਕ ਦੂਜੇ ਨੂੰ ਕਤਲ ਕਰਦੇ ਆ, ਨੈਸ਼ਨਲਿਜ਼ਮ ਦੇ ਨਾਂ ਦੇ ਉੱਤੇ ਇੱਕ ਦੂਜੇ ਨੂੰ ਮਾਰਦੇ ਆ। ਸਾਡੇ ਇਸੇ ਕੈਨੇਡਾ ਦੇ ਵਿੱਚ ਫ੍ਰੈਂਚ ਤੇ ਜਿਹੜੇ ਹੈਗੇ ਨੇ ਬ੍ਰਿਟਿਸ਼ ਇੱਥੇ ਲੜਦੇ ਰਹੇ ਕਲੋਨੀ ਆਪਣੀ ਬਿਲਡ ਕਰਨ ਵਾਸਤੇ। ਮੁੜ ਕੇ ਅੱਜ ਵੀ ਤੁਸੀਂ ਦੇਖੋ ਜਿਹੜੇ ਉਸ ਤਰੀਕੇ ਦੇ ਨਾਲ ਐਂਗਲੋ ਸਾਈਡ ਤੋਂ ਆ ਰਹੇ ਨੇ, ਜਿਹੜੇ ਫ੍ਰੈਂਕੋ ਸਾਈਡ ਤੋਂ ਆ ਰਹੇ ਨੇ,
ਦੇਖੋ ਕੈਸੀ ਸਟਰਗਲ ਹੋ ਰਹੀ ਹੈ। ਮੈਂ ਅੱਜ ਹੀ ਇੱਕ ਕਿਊਬਕਵਾ ਦੇ ਪਾਰਟੀ ਲੀਡਰ ਨੂੰ ਸੁਣ ਰਿਹਾ ਸੀਗਾ, ਤੇ ਉਹ ਬੋਲਣ ਤੇ ਹੀ ਕਹਿ ਰਿਹਾ ਹੈਗਾ, ਕਹਿੰਦਾ ਕਿ ਨੋ ਆਈ ਥਿੰਕ ਜੋ ਮੈਂ ਬੋਲ ਸਕਦਾ ਫਰੈਂਚ ਦੇ ਵਿੱਚੋਂ, ਅੰਗਰੇਜ਼ੀ 'ਚ ਨਹੀਂ ਬੋਲ ਸਕਦਾ, ਉਹ ਜਿਹੜੀ ਆ ਫਰੈਂਚ ਲੈਂਗੁਏਜ ਨੂੰ ਉਸ ਕਿਸਮ ਦੇ ਨਾਲ ਬਾਤ ਕਰ ਰਿਹਾ ਹੈਗਾ ਆ ਵੀ ਇਹਦੀ ਹੀ ਇਕੱਲੀ ਗੱਲ ਕਰਨੀ ਹੈਗੀ ਏ। ਇਸ ਜਗ੍ਹਾ ਤੇ ਜਿੱਥੇ ਡੂਅਲ ਲੈਂਗੁਏਜ ਨੂੰ ਵੱਡੇ ਲੈਵਲ ਤੇ ਪ੍ਰਮੋਟ ਕੀਤਾ ਗਿਆ, ਇਹ ਸਾਰੇ 'ਚ ਪਤਾ ਲੱਗਦਾ ਹੈ ਕਿ ਮਨੁੱਖ ਆਪਣੀਆਂ ਮਿਸਟੇਕਸ ਤੋਂ ਆਪ ਨਹੀਂ ਅਜੇ ਵੀ ਲਰਨ ਕਰ ਪਾ ਰਿਹਾ। ਪਰ ਇਹ ਲੰਬਾ ਸਮਾਂ ਨਹੀਂ, ਅਲਟੀਮੇਟਲੀ ਆਹ ਜਨਰੇਸ਼ਨ ਨਹੀਂ ਤੇ ਅਗਲੀ ਜਨਰੇਸ਼ਨ ਲਰਨ ਕਰੇਗੀ। ਇਹ ਸਭ ਉਹਦੇ ਹੁਕਮ ਵਿੱਚ ਆ। ਹਾਂ, ਜਦੋਂ ਇੱਕ ਲੈਵਲ ਤੇ ਜਾ ਕੇ ਬਾਤ ਹੋਈ, ਜਿਵੇਂ ਬੇਨਤੀ ਕੀਤੀ, ਉਦੋਂ ਫਿਰ ਬੰਦਾ ਅਗਲੀਆਂ ਜਨਰੇਸ਼ਨਸ ਨੂੰ ਕਈ ਵਾਰੀ ਸ਼ਰਮਿੰਦਾ ਹੋਣਾ ਪੈਂਦਾ, ਸੌਰੀ ਜਿਹੜੀ ਹੈਗੀ ਉਹ ਕਰਨੀ ਪੈਂਦੀ ਹੈ, ਅਪੋਲੋਜੀ ਪੇਸ਼ ਕਰਨੀ ਪੈਂਦੀ ਹੈ। ਮੈਂ ਤੇ ਕੁਝ ਸਾਲ ਪਹਿਲਾਂ ਜਿਹੜੀ ਹੈਗੀ ਹੈ ਕੁਈਨ ਆਫ ਇੰਗਲੈਂਡ, ਇਹਨੂੰ ਦੇਖਿਆ। ਇਸ ਨੇ ਜਿਹੜੀ ਸਲੇਵਰੀ ਦੇ ਜਿਹੜਾ ਉਸ ਲੈਵਲ ਤੇ ਐਕਸੈਪਟ ਕੀਤਾ ਕਿ ਸਲੇਵਰੀ ਵਾਜ਼ ਨਾਟ ਰਾਈਟ ਥਿੰਗ। ਮੇਰੀਆਂ ਜਨਰੇਸ਼ਨਸ ਨੇ ਕੀਤੀ ਸਲੇਵਰੀ, ਪਰ ਮੈਂ ਸਮਝਦੀ ਹਾਂ ਰਾਈਟ ਚੀਜ਼ ਨਹੀਂ ਹੈਗੀ। ਤੇ ਫਿਰ ਉਹਦੇ 'ਚ ਕਿਹਾ ਵੀ ਜੇ ਰਾਈਟ ਨਹੀਂ ਹੈਗੀ ਤੇ ਜਿਨ੍ਹਾਂ ਲੋਕਾਂ ਨੂੰ ਇਸ ਸਾਰੇ ਤੋਂ ਸਫਰ ਕੀਤਾ ਆ, ਉਹਨਾਂ ਦੀ ਸਫਰਿੰਗ ਨੂੰ ਸੁਣ ਤੇ ਸਹੀ ਨਾ, ਮਤਲਬ ਐਟਲੀਸਟ ਸੁਣਨਾ ਤੇ ਚਾਹੀਦਾ ਨਾ, ਜਿਨ੍ਹਾਂ ਨੇ ਸਫਰ ਕੀਤਾ ਇਸ ਤਰੀਕੇ ਦੇ ਨਾਲ। ਤੇ ਫਿਰ ਬਕਾਇਦਾ ਤੌਰ ਤੇ ਬਲੈਕ ਕਮਿਊਨਿਟੀ ਦੇ ਲੋਕ ਆਏ, ਉਹਨਾਂ ਨੇ ਪ੍ਰੈਜੈਂਟੇਸ਼ਨ ਕੀਤੀ। ਮੈਂ ਉਹਦੀ ਪ੍ਰੈਜੈਂਟੇਸ਼ਨ ਦੇ ਦੌਰਾਨ ਉਹਦਾ ਗੈਸਚਰ ਦੇਖਿਆ, ਤੇ ਇੱਕ ਵਾਰ ਇੱਕ ਲੈਵਲ ਐਸਾ ਵੀ ਆਇਆ ਜਦੋਂ ਨੇ ਐਵੇਂ ਅੱਖਾਂ ਤੇ ਹੱਥ ਰੱਖ ਕੇ ਇੱਕ ਪਾਸੇ ਮੂੰਹ ਕਰ ਲਿਆ, ਤੇ ਪੁੱਛਿਆ ਹੈ ਕਿਉਂ? ਕਹਿਣ ਲੱਗੀ ਆਈ ਕੈਨ ਨੋਟ ਐਕਚੁਅਲੀ I cannot face them because that is too brutal, too actually bad for humanity. I cannot justify, cannot say, I cannot see that ਮੇਰੇ ਪੁਰਖਿਆਂ ਨੇ, ਮੇਰੇ ਐਨਚੈਸਟਰਸ ਨੇ ਸਭ ਕੁਝ ਕੀਤਾ ਹੈਗਾ। ਮੇਰੇ ਲਈ ਬਹੁਤ ਹਾਰਡ ਆ ਇਸ ਚੀਜ਼ ਨੂੰ ਸੁਣ ਸਕਣਾ, ਇਸ ਚੀਜ਼ ਨੂੰ ਇਸ ਲੈਵਲ ਤੇ ਦੇਖਣਾ ਵੀ ਇੰਨੇ ਅਨਹਿਊਮਨ ਸੀਗੇ ਉਹ ਲੋਕ। ਸੋ ਇਹ ਜਨਰੇਸ਼ਨਸ ਫਿਰ ਅੱਗੇ ਜਾ ਕੇ ਪ੍ਰਾਈਜ਼ ਪੇ ਕਰਦੀਆਂ ਨੇ ਉਹਦੀਆਂ। ਬਾਕੀ ਹੋ ਉਹਦੇ ਹੁਕਮ ਵਿੱਚ ਹੀ ਰਿਹਾ, ਜਿਹਨੂੰ ਮੈਂ ਉਸ ਦਿਨ ਬੇਨਤੀ ਕਰਾਂ, ਜਿਹਾ ਬੀਜਾ ਸੋ ਲੂਣਾ। ਗੁਰੂ ਸਾਹਿਬ ਨੇ ਬਿਆਨ ਕੀਤਾ, ਤੁਝ ਤੇ ਬਾਹਰ ਕਛੂ ਨਾ ਹੋਵੇ। ਇਹ ਨਹੀਂ ਕਿ ਰੱਬ ਕਿਤੇ ਮਰ ਗਿਆ, ਦੂਰ ਚਲਾ ਗਿਆ। ਬਾਣੀ ਕਹਿੰਦੀ ਸਭ ਜ਼ਰਰੇ ਜ਼ਰਰੇ 'ਚ ਮੌਜੂਦ ਹੋ ਕੇ ਸਭ ਨਿਹਾਰ ਰਿਹਾ, ਤੇ ਸਭ ਉਹਦੇ ਵਿੱਚ ਹੀ ਹੋ ਰਿਹਾ। ਤੁਝ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ। ਇੱਕ ਸਟੇਜ ਚੱਲ ਰਹੀ ਹੈ ਪੂਰੀ ਦੀ ਪੂਰੀ, ਇਹ ਕਾਰੇ ਲਾਇਆ ਸਭ ਨੂੰ। ਇਸ ਸਾਰੇ ਕਾਰੇ ਦੇ ਵਿੱਚ ਆਪੋ ਆਪਣਾ ਰੋਲ, ਤੁਸੀਂ ਵੈਸੇ ਤੇ ਫ੍ਰੀ ਹੈਗੇ, ਜਿਹੜਾ ਮਰਜ਼ੀ ਰੋਲ ਲੈ ਲਓ, ਪਰ ਜਦੋਂ ਬੰਦਾ ਅਵੇਅਰ ਹੋ ਜਾਏ ਫਿਰ ਮਾੜਾ ਰੋਲ ਨਹੀਂ ਕਰ ਸਕਦਾ। ਫਿਰ ਬੰਦਾ ਕਹਿੰਦਾ ਨੋ ਦੈਟ ਰੋਲ ਆਈ ਕੈਨ ਨੋਟ ਐਕਚੁਅਲੀ ਡੂ ਦੈਟ। ਮੈਂ ਉਹ ਰੋਲ ਕਰਾਂਗਾ ਜਿਹਦਾ ਸਮਾਂ ਪਾ ਕੇ ਵੀ ਕੋਈ ਯਾਦ ਕਰੇਗਾ। ਮੈਂ ਗੌਤਮ ਬੁੱਧ ਕਿੱਥੇ ਪੈਦਾ ਹੋਇਆ, ਕਿਹੜੇ 2500 ਸਾਲ ਪਹਿਲਾਂ, ਅੱਜ ਲੋਕੀ ਉਹਦੀ ਗੱਲ ਕਰਦੇ ਨੇ। ਤੇ ਵਕਤ ਐਸਾ ਵੀ ਆਏਗਾ ਜਿੱਦਨ ਗੁਰੂ ਨਾਨਕ ਦੀ ਬਾਤ ਹੋਏਗੀ, ਵਕਤ ਐਸਾ ਵੀ ਆਏਗਾ ਜਿੱਦਨ ਭਗਤ ਕਬੀਰ ਦੀ ਬਾਤ ਹੋਏਗੀ, ਜਿੱਦਨ ਭਗਤ ਰਵਿਦਾਸ ਦੀ ਬਾਤ ਹੋਏਗੀ, ਜਿੱਦਨ ਕੋਈ ਭਗਤ ਪੀਪਾ ਦੀ ਬਾਤ ਕਰੇਗਾ। ਇਹ ਮਦਰ ਨੇਚਰ ਦਾ ਲਾ ਆ ਇਹਦੇ 'ਚ। ਇਹ ਕਿਉਂਕਿ ਜਿਹੜੀਆਂ ਚੀਜ਼ਾਂ ਸੱਚ ਨੂੰ ਕਦੀ ਕੂੜ ਨਿਖੁੱਟਸ ਨਾਨਕਾ ਔੜਕ ਸੱਚ ਰਹੀ, ਅਖੀਰ ਨੂੰ ਸੱਚ ਦੀ ਜਿੱਤ ਆ। ਸੋ ਸਾਹਿਬ ਨੇ ਕਿਹਾ ਆਪੇ ਕਾਰੇ ਲਾਵਣੇ, ਸਭ ਕਾਰੇ ਲਾਏ ਨੇ। ਇੱਕ ਬਚਨ ਹੋਰ ਕਹਿ ਕੇ ਫਿਰ ਵਾਈਂਡ ਅਪ ਕਰ ਦੇਣਾ ਆ। 2 ਬਚਨ ਨੇ, ਆਪੇ ਮਾਰੇ ਆਪ ਜਿਵਾਏ। ਬਾਕੀ ਉਹਦੇ ਹੁਕਮ ਵਿੱਚ ਮਰਨਾ ਜਿਉਣਾ, ਇਹ ਵੀ ਉਹਦੀ ਹੁਕਮ ਦੀ ਲੀਲਾ ਆ ਸਾਰੀ। ਆਪੇ ਮੇਲੇ ਮੇਲ ਮਿਲਾਏ, ਕਿਸ ਚੀਜ਼ ਨਾਲ ਸਾਡਾ ਮਿਲਾਪ ਕਰਾਉਣਾ, ਕੂੜ ਨਾਲ ਕਿ ਸੱਚ ਨਾਲ, ਇਹ ਵੀ ਉਹਦੇ ਹੁਕਮ ਦੀ ਆਪ ਆਇਆ। ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ। ਜਿਹੜੇ ਮਨੁੱਖ ਇਸ ਜੀਵਨ ਨੂੰ ਜਿਉਣਾ ਰੱਬ ਦੀ ਸੇਵਾ ਮੰਨ ਲੈਂਦੇ ਨੇ, ਜਿਹੋ ਜੀ ਐਬਿਲਿਟੀ ਤੇ ਜਿਹੋ ਜਿਹੇ ਰਿਸੋਰਸਿਸ ਤੁਹਾਨੂੰ ਮਿਲੇ ਨੇ, ਉਹਨਾਂ ਦੇ ਮੁਤਾਬਕ ਜੋ ਵਕਤੀ ਤੌਰ ਤੇ ਸਹੀ ਆ ਉਹ ਕਰਨਾ, ਇਹੀ ਮਨੁੱਖ ਦਾ ਸਭ ਤੋਂ ਵੱਡਾ ਫਰਜ਼ ਆ, ਇਹ ਸੇਵਾ ਆ। ਅਗਲਾ ਬਚਨ ਹੈ ਆਪੇ ਉੱਚਾ ਉੱਚੋ ਹੋਈ। ਬਾਕੀ ਇਹ ਹੈ ਉੱਚਿਆਂ ਤੋਂ ਉੱਚਾ। ਮੈਂ ਦੂਜੇ ਨਾਲੋਂ 2 ਇੰਚ ਹੋਰ ਉੱਚਾ ਹੋ ਜਾਵਾਂ, ਮੈਂ ਦੂਜੇ ਨਾਲੋਂ 2 ਇੰਚ ਹੋਰ ਉੱਚਾ ਹੋ ਜਾਵਾਂ, ਵੱਡਾ ਹੋ ਜਾਵਾਂ, ਇਹਦੀ ਬੰਦਾ ਕੋਸ਼ਿਸ਼ ਕਰ ਰਿਹਾ। ਸਾਹਿਬ ਕਹਿੰਦੇ ਹਕੀਕਤ ਇਹ ਹੈ, ਅਸਲ ਵਿੱਚ ਉੱਚਾ ਅਕਾਲ ਪੁਰਖ ਵਾਹਿਗੁਰੂ ਹੈ। ਬੰਦਾ ਆਪਣੇ ਆਪ ਨੂੰ ਮਟੇਕ ਕੇ ਕਿਸੇ ਅਸੂਲ ਡਿਸਿਪਲਿਨ ਦੇ ਵਿੱਚ ਆ ਜਾਏ, ਉਸ ਨੂੰ ਅਸਲ ਉੱਚਾ ਹੋਣਾ ਸਮਝਦੇ ਹਾਂ। ਸੋ ਇਹ ਆਪੇ ਉੱਚਾ ਆਪ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖਿਆ ਕੋਈ। ਪਰ ਹਰ ਇੱਕ ਬੰਦੇ ਨੂੰ ਇਤਨੀ ਆਈਡੀਅਲ ਥਾਟ ਸਮਝ ਆਏਗਾ, ਗੁਰੂ ਸਾਹਿਬ ਕਹਿੰਦੇ ਵੀ ਜ਼ਰੂਰੀ ਨਹੀਂ। ਪਰ ਇਹ ਹੈ ਜਿਹਨੂੰ ਉਹ ਵਿਖਾ ਦੇ, ਜਿਹਨੂੰ ਵਿਜ਼ਨਰੀ ਬਣਾ ਦੇ, ਉਹ ਫਿਰ ਇਸ ਤੋਂ ਬਾਹਰ ਨਹੀਂ ਜਾ ਸਕਦਾ।
ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ। हे ਨਾਨਕ, ਜਦੋਂ ਨਾਮ ਘਟ ਵਿੱਚ ਵਸ ਜਾਏ ਆਪੇ ਵੇਖ ਵਿਖਾਲਣਿਆ, ਬੰਦਾ ਇਸ ਚੀਜ਼ ਨੂੰ ਵੇਖਣ ਦੇ ਕਾਬਿਲ ਹੋ ਜਾਂਦਾ ਹੈ ਤੇ ਹੋਰਾਂ ਨੂੰ ਇਸ ਵਿਜ਼ਨ ਤੱਕ ਪਹੁੰਚਾਉਣ ਵਾਸਤੇ ਮਦਦਗਾਰ ਹੋ ਜਾਂਦਾ ਆ। ਸਾਹਿਬ ਰਹਿਮਤ ਕਰਨ ਐਸੇ ਆਲਮੀ ਸੰਦੇਸ਼ ਵਿੱਚੋਂ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਿਤਾਰਿਓ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।